ਵਾਹਿਗੁਰੂ। ਗੁਰ ਨਾਨਕ ਪਾਦ ਪੰਕਜ ਪਾਦ ਪੰਕਜ ਸਿਮਰੋ ਗਦ ਦੁਖ ਨਿਕੰਦਨ ਗੁਰ ਅਮਰਦਾਸ ਧਿਆਮ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘ ਨਾਨਕੇ ਬਿਘ ਨਾਨਕੇ ਹਰ ਗੋਬਿੰਦ ਸ਼ੁਭ ਸੁਮਤ ਪਰ ਸ਼੍ਰੀ ਹਰਿ ਰਾਇ ਨਮੋ ਕਰ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲ ਤਰੋਂ ਤਰਾ ਪਰ ਪੁਨ ਪੁਨ ਜੀ ਪੁਨ ਪੁਨ ਈਸਾ ਬੰਦਾ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸੁਨ ਕਾਲੂ ਤਵ ਤੂਸ਼ਨ ਕੀਨੰ ਪੁਨ ਜਨਨੀ ਕਹਿ ਹੋਏ ਮਨ ਦੀਨੰ ਸੰਤ ਸੁਭਾਏ ਆਏ ਸੁਤ ਤੇਰਾ ਅਬ ਕੇ ਬਚਨ ਮਾਨੀਏ ਮੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ महाराज। गुरुदेव महाराज जियों के पावन पवित्र गुरु दरबार दे अंदर संध्या वक्त दे सुंदर सजे दीवाना अंदर उपस्थित सत्संगी जनों, बाबाणियां कहानियां पुत सुपुत करेन। सतगुरु गुरु महाराज सच्चे पातशाह जियों का पावन पवित्र परम इतिहास प्रेम सहित नेम सहित सतगुरु महाराज जियों के पावन पवित्र स्थानां तो सरवण करदे हां। सतगुरु श्री गुरु नानक देव महाराज सच्चे पातशाह जी जगत जलंधे नूं ठारदे होए वख-वख थावां तो भ्रमण करदिआं होइआ नगर तलवंडी विखे महाराज सच्चे पातशाह पहुंचते ने पर अजे घर नहीं गए।
ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਸਤਿਕਾਰਯੋਗ ਮਹਿਤਾ ਕਾਲੂ ਜੀ, ਮਾਤ ਤ੍ਰਿਪਤਾ ਜੀ ਬਾਹਰ ਹੀ ਖੂਹ ਦੇ ਉੱਪਰ ਆਏ ਹਨ। ਪਿਆਰ ਵਿੱਚ ਭਿੱਜਿਆ ਹੋਇਆ ਮਾਤਾ ਜੀਆਂ ਨੇ ਘਰੋਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੈ ਕੇ ਗਏ। ਪੁੱਤਰ ਜੀ, ਆਹ ਪ੍ਰਸ਼ਾਦ ਪਹਿਲਾਂ ਛਕਣ ਕਰੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸ਼੍ਰੀ ਰਾਗ ਦੇ ਅੰਦਰ ਜੋ ਪਾਵਨ ਪਵਿੱਤਰ ਸ਼ਬਦ ਹੈ, ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਕਾ ਉਚਾਰਨ ਕੀਤਾ। ਸਭ ਰਸ ਮਿੱਠਾ ਮੰਨਿਆ, ਸੁਣਿਆ ਸਾ ਲੋਣੇ ਖਟ ਤੁਰਸੀ ਮੁਖ ਬੋਲਣਾ। ਮਾਰਨ ਨਾਦ ਕੀਏ 36 ਅੰਮ੍ਰਿਤ ਭਾਉ, ਏਕ ਜਾ ਕੋ ਨਦਰ ਕਰੇ ਬਾਬਾ। ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਮਹਾਰਾਜ ਜੀਆਂ ਦੇ ਨਾਲ ਫਿਰ ਬਚਨ ਬਿਲਾਸ ਪਿਤਾ ਜੀਆਂ ਦਾ ਹੋਇਆ। ਮਹਾਰਾਜ ਜੀਆਂ ਨੇ ਫਿਰ ਸ਼ਬਦ ਦਾ ਦੂਸਰਾ ਪਦਾ ਉਚਾਰਨ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਹਿਨਣ ਦੇ ਸੰਬੰਧ ਦੇ ਅੰਦਰ ਮਹਾਰਾਜ ਜੀਆਂ ਨੇ ਸਾਨੂੰ ਸੇਧ ਦਿੱਤੀ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਸਤਿਗੁਰੂ ਮਹਾਰਾਜ ਜੀਆਂ ਨੇ ਸ਼ਬਦ ਦੇ 4 ਪਦੇ ਖਾਣ ਦੇ ਸੰਬੰਧ ਵਿੱਚ, ਪਹਿਨਣ ਦੇ ਸੰਬੰਧ ਦੇ ਵਿੱਚ ਔਰ ਘੋੜ ਸਵਾਰੀ ਤਥਾ ਰਹਿਣ ਵਸੇਬੇ ਦੇ ਸੰਬੰਧ ਵਿੱਚ ਮਹਾਰਾਜ ਜੀਓ ਨੇ 4 ਪਾਵਨ ਪਵਿੱਤਰ ਸ਼ਬਦ ਦੇ ਪਦੇ ਉਚਾਰਨ ਕੀਤੇ। ਬਚਨ ਬਿਲਾਸ ਹੋਇਆ। ਮਾਤਾ ਜੀਆਂ ਨੇ ਬੇਨਤੀ ਕੀਤੀ, ਪੁੱਤਰ ਜੀ ਆਓ ਘਰ ਚੱਲੀਏ। ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਖਲੋਤੇ ਉਹਨਾਂ ਦੇ ਪਿਤਾ ਜੀਆਂ ਨੇ ਵੀ ਇਹੋ ਸ਼ਬਦ ਫੇਰ ਦੁਹਰਾਏ ਹਨ। ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਮਾਰੂ ਰਾਗ ਦਾ ਸ਼ਬਦ ਮਹਾਰਾਜ ਜੀਆਂ ਨੇ ਉਚਾਰਨ ਕੀਤਾ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ, ਖੇਮੇ ਛਤਰ ਸਰਾਈਚੇ, ਦਿਸਨ ਰਥ ਪੀੜੇ, ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸਦ ਮਿਲੇ। ਬਾਬਾ ਮੈਂ ਕਰਮਹੀਨ ਕੁੜਿਆਰ, ਨਾਮ ਨਾ ਪਾਇਆ ਤੇਰਾ, ਅੰਧਾ ਭਰਮ ਭੁਲਾ ਮਨ ਮੇਰਾ। ਰਹਾਓ ਸਾਧ ਕੀਤੇ ਦੁਖ ਪਰਫੁੜੇ, ਪੂਰਬ ਲਿਖੇ ਮਾਏ, ਸੁਖ ਥੋੜੇ ਦੁਖ ਅਗਲੇ, ਦੁੱਖੈ ਦੁੱਖ ਵਿਹਾਏ। ਵਿਛੜਿਆ ਕਾਕਾ ਵਿਛੜਿਆ, ਮਿਲਿਆ ਕਾ ਕਿਆ ਮੇਲ, ਸਾਹਿਬ ਸੋ ਸਾ ਲਾਹੀਐ ਜਿਨ ਕਰ ਦੇਖਿਆ ਖੇਲ। ਮਹਾਰਾਜ ਜੀਆਂ ਨੇ ਵਜਦ ਵਿੱਚ ਆ ਕੇ ਸ਼ਬਦ ਗਾਇਨ ਕੀਤਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਖਲੋਤੇ ਹਨ ਪਿਤਾ ਜੀ। ਭਾਈ ਮਰਦਾਨਾ ਜੀ ਵੀ ਕੋਲ ਹੀ ਹਨ। ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਇੱਥੋਂ ਤੱਕ ਸਾਧ ਸੰਗਤ ਜੀਓ ਬਚਨ ਬਿਲਾਸ ਹੋਏ ਹਨ। ਆਓ ਕਰੋ ਮਨ ਬਿਰਤੀਆਂ ਨੂੰ ਇਕਾਗਰ। ਅੱਗੇ ਪਾਵਨ ਪਵਿੱਤਰ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਮੁਬਾਰਕ ਕਥਾ ਪ੍ਰਾਰੰਭ ਕਰੀਏ ਜੀ। ਕੋਈ ਪਿਰਸ ਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਕਾਲੂ ਤਵ ਤੂਸ਼ਨ ਕੀਨੰ। ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਨੇ ਜਦੋਂ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਬਾਬਾ ਕਾਲੂ ਜੀ ਉਸ ਵਕਤ ਚੁੱਪ ਕਰ ਗਏ। ਪੁਨ ਜਨਨੀ ਕਹਿ ਹੋਏ ਮਨ ਦੀਨੰ। ਫਿਰ ਮਾਤਾ ਜੀ ਮਾਤ ਤ੍ਰਿਪਤਾ ਜੀ ਬੜੇ ਅਧੀਨ ਮਨ ਦੇ ਨਾਲ, ਦੀਨ ਮਨ ਦੇ ਨਾਲ ਮਾਤਾ ਜੀ ਬਚਨ ਕਰਦੇ ਹਨ। ਸੰਤ ਸੁਭਾਏ ਆਏ ਸੁਤ ਤੇਰਾ। ਪੁੱਤਰ ਜੀ ਮੈਂ ਵੇਖਦੀ ਹਾਂ ਮੁੱਢ ਤੋਂ ਹੀ ਜਿਹੜਾ ਤੇਰਾ ਸੁਭਾਅ ਹੈ ਨਾ, ਸੰਤ ਸੁਭਾਅ ਹੈ। ਪੁੱਤਰ ਜਿਹੜਾ ਤੇਰਾ ਸੁਭਾਅ ਹੈ ਇਹ ਬੜਾ ਹੀ ਭੋਲਾ ਸੁਭਾਅ ਹੈ। ਅਬ ਕੇ ਬਚਨ ਮਾਨੀਏ ਮੇਰਾ। ਤੂੰ ਮੇਰਾ ਪੁੱਤਰ ਬਚਨ ਮੰਨ ਤੇ ਆਓ। ਤੁਸੀਂ ਮੇਰੇ ਸਾਡੇ ਬਚਨ ਨੂੰ ਤੁਸੀਂ ਮੰਨਣਾ ਕਰੋ। ਸਦਨ ਵਿਖੇ ਕੋ ਦਿਨ ਚੱਲ ਰਹੀਏ। ਥੋੜੇ ਦਿਨ ਚਲੋ, ਬਹੁਤੇ ਦਿਨ ਨਹੀਂ। ਤੁਹਾਡੇ ਵਾਸਤੇ ਸੋਹਣੇ ਘਰ ਬਣਾਏ ਹਨ। ਆਓ ਥੋੜਾ ਜਿਹਾ ਸਮਾਂ ਤਾਂ ਘਰ ਚੱਲੀਏ। ਗਮਨ ਕਰਨ ਕੋ ਹਠ ਨੇ ਕਹੀਏ। ਔਰ ਜਿਹੜੀ ਤੁਸੀਂ ਇਹ ਹਿੰਡ ਪਕੜੀ ਹੋਈ ਹੈ, ਹੱਠ ਕਰ ਰਹੇ ਹੋ ਵੀ ਮੈਂ ਇੱਥੋਂ ਹੀ ਜਾਵਾਂਗਾ, ਪੁੱਤਰ ਜੀ ਇਹ ਠੀਕ ਨਹੀਂ ਹੈ। ਪੂਰਨ ਕਰ ਅਬਿਲਾਖ ਹਮਾਰੀ। ਸਾਡੀ ਵੀ ਤਾਂ ਕੋਈ ਇੱਛਾ ਹੈ ਨਾ, ਤੁਸੀਂ ਸਾਡੀ ਇੱਛਾ ਨੂੰ ਪੂਰਨ ਕਰਦੇ ਹੋਏ ਸਮਾਂ ਬਿਤਾਵੋ ਦ੍ਰਿਸ਼ਟੀ ਅਗਾਰੀ। ਥੋੜਾ ਜਿਹਾ ਸਮਾਂ ਸਾਡੀਆਂ ਅੱਖਾਂ ਅੱਗੇ ਵੀ ਚਲੋ। ਮੰਨਿਆ ਕਿ ਤੁਸਾਂ ਨੇ ਦੂਰ ਦਰਾਡੇ ਤੱਕ ਲੋਕਾਈ ਨੂੰ ਤਾਰਿਆ ਹੈ,
ਚਲੋ ਥੋੜਾ ਜਿਹਾ ਸਮਾਂ ਤੁਸੀਂ ਸਾਡੇ ਨਾਲ ਘਰ ਚੱਲੋ, ਘਰ ਵਿੱਚ ਮਿਲ ਬੈਠ ਕਰਕੇ ਥੋੜਾ ਜਿਹਾ ਸਮਾਂ ਸਾਡੀਆਂ ਵੀ ਅੱਖਾਂ ਨੂੰ ਠੰਡ ਪਵੇ ਪੁੱਤਰ, ਤੈਨੂੰ ਸਾਵੇਂ ਵੇਖ ਕਰਕੇ। ਤੁਝ ਬਿਲੋਕ ਮੈਂ ਨਹੀਂ ਅਘਾਈ, ਅਜੇ ਤਾਂ ਮੈਂ ਤੈਨੂੰ ਵੇਖ ਕਰਕੇ ਪੁੱਤਰ ਜੀ ਰੱਜੀ ਵੀ ਨਹੀਂ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਇਹ ਸ਼ਬਦ ਮਹਾਰਾਜ ਜੀ ਦੇ ਮਾਤਾ ਮਾਤ ਤ੍ਰਿਪਤਾ ਜੀ ਕੋਲ ਇਹ ਬਚਨ ਕਹਿ ਰਹੇ ਹਨ। ਵਿਚਰੇ ਸਭ ਬੈਸ ਬਿਤਾਈ। ਵੇਖੋ ਹੁਣ ਕਿੰਨੇ ਵਰਿਆਂ ਦੇ ਬਾਅਦ ਮੇਲ ਹੋਇਆ ਹੈ। ਪਹਿਲਾਂ ਤੁਸੀਂ ਸੁਲਤਾਨਪੁਰ ਚਲੇ ਗਏ, ਉੱਥੇ ਤੁਸਾਂ ਨੇ ਮੋਦੀ ਦੀ ਇਹ ਕਾਰ ਕੀਤੀ, ਪਹਿਲਾਂ ਉੱਥੇ ਚਲੇ ਗਏ, ਉੱਥੋਂ ਹੀ ਫਿਰ ਤੁਸੀਂ ਦੂਰ ਦਰਾਡੇ ਹੋਰ ਥਾਵਾਂ ਤੇ ਭ੍ਰਮਣ ਵਾਸਤੇ ਚਲੇ ਗਏ। ਲੋਕਾਈ ਨੂੰ ਤੁਸਾਂ ਨੇ ਤਾਰਿਆ ਪੁੱਤਰ, ਅਜੇ ਤਾਂ ਮੈਂ ਤੈਨੂੰ ਰੱਜ ਕੇ ਵੇਖਿਆ ਵੀ ਨਹੀਂ। ਬ੍ਰਿਧ ਪਾਈ ਮਨ ਬੋਲਲ ਚਾਵਾ। ਹੁਣ ਜਿਹੜੀ ਆਰਬਲਾ ਹੈ, ਆਰਬਲਾ ਬਤੀਤ ਹੋ ਗਈ, ਮਨ ਦੇ ਅੰਦਰ ਇੱਛਾ ਹੈ ਵੀ ਤੇਰੇ ਕੋਲ ਅਸੀਂ ਸਮਾਂ ਬਤੀਤ ਕਰੀਏ। ਬਿਰਧ ਭਈ ਹੁਣ ਸਰੀਰ ਖੀਨ ਹੋ ਗਿਆ ਹੈ, ਬਿਰਧ ਹੋ ਗਿਆ ਹੈ, ਮਨ ਦੇ ਅੰਦਰ ਇਹੋ ਹੀ ਅੰਤਮ ਸਮੇਂ ਅਭਿਲਾਖਾ ਹੈ, ਲਲਚਾਇਆ ਇਹੋ ਮੇਰੀ ਇੱਛਾ ਹੈ। ਅਭਿਲਾਖਤ ਨਿਸ ਦਿਵਸ ਬਿਤਾਵਾ। ਔਰ ਇਸੇ ਅਭਿਲਾਖਾ ਦੇ ਅੰਦਰ ਹੀ ਦਿਨ ਤੇ ਰਾਤ ਇਸੇ ਤਰ੍ਹਾਂ ਹੀ ਬਤੀਤ ਪਏ ਹੁੰਦੇ ਹਨ। ਸੁਨ ਜਨਨੀ ਕੀ ਇਸ ਬਿਦ ਬਾਣੀ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਦੋਂ ਇਸ ਪ੍ਰਕਾਰ ਮਾਤਾ ਜੀਆਂ ਦੇ ਬੋਲ ਸੁਣੇ, ਦਇਆ ਧਾਰ ਸ਼੍ਰੀ ਨਾਨਕ ਮਾਨੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਮਾਤਾ ਜੀਆਂ ਦੇ ਬਚਨ ਮੰਨ ਲਏ। ਜਿਵੇਂ ਮਾਤਾ ਜੀਆਂ ਨੇ ਕਿਹਾ ਉਸੇ ਤਰ੍ਹਾਂ ਮੰਨ ਲਿਆ। ਤੈ ਤੇ ਉਠ ਗਮਨੇ ਤਿਨ ਸੰਗਾ। ਨਾਲ ਹੀ ਉੱਠੇ, ਕਹਿੰਦੇ ਕੋਈ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤ ਕਰਤਾਰ ਕਹਿ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਖੂਹ ਤੋਂ ਉੱਠਦੇ ਹਨ। ਉੱਠ ਕਰਕੇ ਮਾਤਾ ਜੀ ਦੇ ਨਾਲ ਆਪਣੇ ਘਰ ਨੂੰ ਚਾਲਾ ਪਾਇਆ। ਸਭ ਕੇ ਉਰ ਪਾ ਰਖਿਓ ਮੰਗਾ। ਔਰ ਜਿਤਨੇ ਵੀ ਨੇੜੇ ਨੇੜੇ ਹੋਰ ਵੀ ਸ਼ਰੀਕੇ ਬਰਾਦਰੀ ਵਾਲੇ ਕੋਲ ਸਨ, ਸਾਰੇ ਹੀ ਅਤਿਅੰਤ ਨਗਰ ਦੇ ਵਿੱਚ ਹੋਰ ਵੀ ਜੋ ਸੱਜਣ ਬੇਲੀ ਸਨ, ਹੋਰ ਵੀ ਆਂਢ ਗੁਆਂਢ ਦੇ ਅੰਦਰ ਸਤਿਕਾਰਯੋਗ ਮਹਿਤਾ ਕਾਲੂ ਜੀ ਦੇ ਨਾਲ ਸੰਬੰਧ ਰੱਖਣ ਵਾਲੇ ਉਹ ਵੀ ਇੰਨੇ ਨੂੰ ਘਰ ਦੇ ਅੰਦਰ ਆ ਗਏ, ਉਹ ਵੀ ਅਤਿਅੰਤ ਪ੍ਰਸੰਨ ਹੋਏ। ਆਨ ਸਦਨ ਮੈਂ ਪ੍ਰਭੂ ਸੁਹਾਏ। ਸਤਿਗੁਰੂ ਮਹਾਰਾਜ ਜੀ ਸਦਨ ਦੇ ਅੰਦਰ, ਘਰ ਦੇ ਅੰਦਰ ਮਹਾਰਾਜ ਜੀ ਆਣ ਕੇ ਸੁਹਾਏ। ਸ਼ੋਭ ਨੇਕ ਮਹਾਰਾਜ ਜੀ ਬੈਠੇ ਹਨ। ਸੁਣ ਕੇ ਲੋਕ ਮਿਲਨ ਬਹੁ ਆਏ। ਜਿਵੇਂ ਜਿਵੇਂ ਹੁਣ ਮਹਾਰਾਜ ਜੀਆਂ ਦੇ ਬਾਬਤ ਪਤਾ ਲੱਗਾ ਮਹਿਤਾ ਕਾਲੂ ਜੀ ਦਾ ਸੁਪੁੱਤਰ ਪਟਵਾਰੀ ਦਾ ਪੁੱਤਰ ਅੱਜ ਕਈ ਸਾਲਾਂ ਬਾਅਦ ਘਰ ਆਇਆ ਹੈ। ਜਿਵੇਂ ਜਿਵੇਂ ਹੁਣ ਨਗਰ ਦੇ ਅੰਦਰ ਸਾਧ ਸੰਗਤ ਜੀਓ ਇਹ ਖਬਰ ਫੈਲੀ ਵੀ ਕਈ ਵਰਿਆਂ ਦੇ ਬਾਅਦ ਅੱਜ ਘਰ ਆਇਆ ਹੈ, ਤੇ ਉਹਨਾਂ ਖਬਰਾਂ ਨੂੰ ਸੁਣਦਿਆਂ ਲੋਕ ਸੁਨੇਹਾ ਮਿਲਦਿਆਂ ਸਾਰ ਘਰ ਦੇ ਅੰਦਰ ਆਉਣਾ ਸ਼ੁਰੂ ਹੋਏ। ਬੰਧਨ ਕਰੇ ਜੋਰ ਦ્વੈ ਪਾਨਾ। ਦੋਵੇਂ ਹੱਥ ਜੋੜ ਕਰਕੇ ਮਹਾਰਾਜੀਆਂ ਦੀ ਵੇਸ਼ਭੂਸ਼ਾ ਵੀ ਕੁਝ ਐਸੀ ਸੀ। ਮਹਾਰਾਜੀਆਂ ਵੱਲੇ ਤੱਕ ਕਰਕੇ ਦੋਵੇਂ ਹੱਥ ਜੋੜ ਕੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ। ਯਥਾ ਯੋਗ ਸਭ ਕੋ ਸਨਮਾਨਾ। ਔਰ ਮਹਾਰਾਜੀਆਂ ਨੇ ਵੀ ਸਾਰਿਆਂ ਨੂੰ ਸਨਮਾਨ ਦਿੱਤਾ। ਦੋਹਰਾ ਲਾਲੂ ਕੈਠੇ ਕਾਮ ਕੋ ਗਇਓ ਸੁਨਿਓ ਤੇ ਠਾਏ। ਸਤਿਗੁਰੂ ਮਹਾਰਾਜ ਜੀਆਂ ਦੇ ਚਾਚਾ ਜੀ ਲਾਲੂ ਜੀ ਉਹ ਅਜੇ ਘਰ ਵਿੱਚ ਨਹੀਂ ਸਨ। ਉਹ ਕਿਤੇ ਬਾਹਰ ਦੂਰ ਦਰਾਡੇ ਥੋੜਾ ਕੋਈ ਕੰਮਕਾਰ ਦੇ ਵਾਸਤੇ, ਘਰੇਲੂ ਕੰਮਕਾਰ ਵਾਸਤੇ ਬਾਹਰ ਗਏ ਸਨ। ਘਰ ਨਹੀਂ ਸਨ, ਪਰ ਉਹਨਾਂ ਨੂੰ ਉੱਥੇ ਹੀ ਸੁਨੇਹਾ ਇਹ ਅਪੜ ਗਿਆ ਕਿਸੇ ਤਰੀਕੇ। ਜਦੋਂ ਇਹ ਸੁਨੇਹਾ ਸਤਿਗੁਰੂ ਮਹਾਰਾਜ ਜੀਆਂ ਦਾ ਘਰ ਪਹੁੰਚਣ ਵਾਲਾ ਸੁਨੇਹਾ ਦੂਰ ਦਰਾਡੇ ਚਾਚਾ ਲਾਲੂ ਜੀ ਦੇ ਕੋਲ ਜਦੋਂ ਇਹ ਸੁਨੇਹਾ ਪਹੁੰਚਿਆ, ਰਸਾ ਪਾਦ ਤੂਰਨ ਤਰੇ ਮਿਲਿਓ ਆਨ ਬੋ ਪਾਏ। ਬਸ ਸਾਰੇ ਕੰਮ ਕਰ ਉੱਥੇ ਹੀ ਛੱਡਦਿਆਂ ਸਤਿਗੁਰੂ ਮਹਾਰਾਜ ਜੀਆਂ ਦੇ ਚਾਚਾ ਜੀ ਭਾਈ ਲਾਲੂ ਜੀ ਸੁਨੇਹਾ ਮਿਲਦਿਆਂ ਸਾਰੇ ਕੰਮ ਕਰ ਉੱਥੇ ਛੱਡਦਿਆਂ ਛੇਤੀ ਵਾਪਸ ਘਰ ਨੂੰ ਦੌੜੇ। ਪਤਾ ਲੱਗਾ ਸਤਿਗੁਰੂ ਮਹਾਰਾਜ ਜੀਆਂ ਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਘਰ ਪਹੁੰਚੇ ਹਨ। ਸਾਰੇ ਕੰਮ ਕਰ ਉੱਥੇ ਹੀ ਛੱਡਦਿਆਂ ਭਾਈ ਲਾਲੂ ਜੀ ਘਰ ਆਏ ਔਰ ਬੜੇ ਸਨੇਹ ਦੇ ਨਾਲ ਮਹਾਰਾਜ ਜੀਆਂ ਨੂੰ ਮਿਲੇ ਹਨ। ਚੌਪਈ
ਪੀਰ ਪੂਰ ਪੀ ਅਜਰ ਮਝਾਰੀ। ਔਰ ਸਾਰਾ ਹੀ ਜਿੰਨਾ ਵਿਹੜਾ ਸੀ ਸਾਰਾ ਵਿਹੜਾ ਭਰਿਆ ਪਿਆ, ਲੋਕ ਵੀ ਦੂਰ ਦਰਾਡੇ ਵੀ ਜਾਂ ਨੇੜੇ ਨੇੜੇ ਘਰਾਂ ਦੇ ਅੰਦਰ ਕੋਠਿਆਂ ਤੱਕ ਚੜੇ ਹੋਏ ਮਹਾਰਾਜ ਜੀਆਂ ਦੇ ਦੀਦਾਰ ਪਾਉਣ ਵਾਸਤੇ। ਦਰਸ਼ਨ ਹਿਤ ਆਵੇ ਨਰ ਨਾਰੀ। ਨਰ ਕੀ ਨਾਰੀ ਕੀ ਮਹਾਰਾਜ ਜੀਆਂ ਦੇ ਦੀਦਾਰ ਵਾਸਤੇ ਦੂਰ ਦਰਾਡੇ ਆਏ। ਕੁਸ਼ਲ ਪ੍ਰਸ਼ਨ ਕੀਨੋ ਸਭ ਤਾਈ। ਮਹਾਰਾਜ ਜੀ ਜਿਵੇਂ ਜਿਵੇਂ ਕੋਈ ਮਿਲਦਾ ਹੈ ਮਹਾਰਾਜ ਜੀ ਉਹਨਾਂ ਨੂੰ ਉਸੇ ਪ੍ਰਕਾਰ ਹੀ ਪ੍ਰਸ਼ਨ ਪੁੱਛਦੇ ਹਨ। ਜਿਵੇਂ ਕੋਈ ਦੂਰ ਕੋਈ ਆਇਆ ਮਹਾਰਾਜ ਜੀਆਂ ਨੇ ਉਹਨਾਂ ਦੇ ਘਰ ਦਾ ਕੁਸ਼ਲ ਮੰਗਲ ਪੁੱਛਿਆ, ਫਲਾਣਾ ਕੋਈ ਆਇਆ ਮਹਾਰਾਜ ਜੀ ਉਹਦੇ ਘਰ ਬਾਰੇ ਪੁੱਛਦੇ ਹਨ। ਬੈਠਾਰੇ ਕੈ ਸ਼੍ਰੀ ਜਗ ਸਾਈ। ਜਗਤ ਦੇ ਸਾਈਂ ਮਹਾਰਾਜ ਜੀ ਇੱਕ ਥਾਂ ਸੁੰਦਰ ਥਾਂ ਬੈਠੇ ਹੋਏ ਹਨ। ਪ੍ਰੋਹਤ ਰਾਏ ਜੇ ਆਦ ਮੁਲਾਨਾ। ਮਹਾਰਾਜ ਜੀ ਹੁਣ ਪੁੱਛਦੇ ਹਨ ਕਿ ਫਲਾਣਾ ਪ੍ਰੋਹਿਤ ਰਾਏ ਬੁਲਾਰ ਜੀ ਤਥਾ ਮੁਲਾਨਾ ਜੀ ਤਾਂ ਪਰ ਲੋਕ ਸੁਨਰਨ ਬਖਾਨਾ। ਜਦੋਂ ਮਹਾਰਾਜ ਜੀਆਂ ਨੇ ਪੁੱਛਿਆ ਰਾਏ ਬੁਲਾਰ ਜੀ ਦੇ ਬਾਰੇ, ਮਹਾਰਾਜ ਜੀਆਂ ਨੇ ਫਲਾਣੇ ਪ੍ਰੋਹਿਤ ਦਾ ਨਾਮ ਲਿਆ, ਮਹਾਰਾਜ ਜੀਆਂ ਨੇ ਮੁਲਾਣੇ ਬਾਬਤ ਪੁੱਛਿਆ, ਵਿੱਚੋਂ ਲੱਗੇ ਦੱਸਣ ਜੀ ਕਹਿੰਦੇ ਉਹ ਤਾਂ ਕਦੋਂ ਦੇ ਪ੍ਰਭੁਰ ਪਿਆਨਾ ਕਰ ਗਏ ਹਨ, ਉਹ ਤਾਂ ਕਦੋਂ ਦੇ ਪ੍ਰਲੋਕ ਗਮਨ ਕਰ ਗਏ ਹਨ। ਮਹਾਰਾਜ ਜੀ ਨੇ ਹੁਣ ਪਿੰਡ ਦੇ ਵਿੱਚੋਂ ਨਗਰ ਦੇ ਵਿੱਚੋਂ ਹੋਰ ਲੋਕਾਂ ਬਾਰੇ ਵੀ ਪੁੱਛਿਆ। ਜਿਵੇਂ ਜਿਵੇਂ ਸੀ ਮਹਾਰਾਜ ਜੀਆਂ ਦੇ ਕੋਲ ਉਹ ਸਾਰਾ ਹੀ ਵਰਣਨ ਕਰਨ ਲੱਗੇ। ਸੁਨ ਸ਼੍ਰੀ ਨਾਨਕ ਬਚਨੀ ਉਚਾਰਾ। ਜਦੋਂ ਇਹ ਪਤਾ ਲੱਗਾ ਵੀ ਰਾਏ ਬੁਲਾਰ ਜੀ ਵੀ ਚੱਲ ਗਏ ਜਿਨ੍ਹਾਂ ਦੇ ਨਾਲ ਮਹਾਰਾਜ ਜੀਆਂ ਦਾ ਅੰਤ ਸਨੇਹ ਸੀ, ਜਿਨ੍ਹਾਂ ਕੋਲੋਂ ਮਹਾਰਾਜ ਜੀ ਪ੍ਰੋਤ ਜੀ ਦੇ ਕੋਲੋਂ ਪੜ੍ਹੇ ਨੇ, ਮੁਲਾਣਿਆਂ ਦੇ ਕੋਲੋਂ, ਮਹਾਰਾਜ ਜੀਆਂ ਨੇ ਜਦੋਂ ਇਹ ਸ਼ਬਦ ਸੁਣੇ ਮਿਥਿਆ ਇਹ ਪਰਪੰਚ ਪਸਾਰਾ। ਫਿਰ ਮਹਾਰਾਜ ਜੀਆਂ ਨੇ ਜਿੰਨੀ ਵੀ ਭੀੜ ਸੀ ਮਹਾਰਾਜ ਸਾਰਿਆਂ ਨੂੰ ਲੱਗੇ ਕਹਿਣ ਭਾਈ ਆ ਜਿੰਨਾ ਵੀ ਪਸਾਰਾ ਹੈ ਇਹ ਸਾਰਾ ਮਿਥਿਆ ਹੈ, ਝੂਠਾ ਹੀ ਹੈ। ਜਾਪਦਾ ਭਾਵੇਂ ਆ ਸੰਸਾਰ ਸੱਚਾ ਹੈ ਪਰ ਮਹਾਰਾਜ ਕਹਿੰਦੇ ਲੋਕੋ ਨਹੀਂ, ਇਹ ਤਾਂ ਇੱਕ ਸੁਪਨ ਸਮਾਨੰ ਹੈ, ਇਹ ਤਾਂ ਸਾਰਾ ਪਸਾਰਾ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ ਮਾਂ ਵਾਕ ਅਨੁਸਾਰ। ਭਾਈ ਇਹ ਜਿੰਨਾ ਵੀ ਪਸਾਰਾ ਹੈ ਇਹ ਸਾਰਾ ਮਿਥਿਆ ਹੈ, ਝੂਠ ਉੱਪਰ ਹੀ ਟਿਕਿਆ ਹੈ। ਬਿਨਸ ਜਾਤ ਇਹ ਬਾਰ ਨ ਲਾਗੈ। ਕਹਿੰਦੇ ਭਾਈ ਇਹਨੂੰ ਬਿਨਸਨ ਲੱਗਿਆਂ ਬਹੁਤਾ ਸਮਾਂ ਨਹੀਂ ਲੱਗਦਾ। ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਹੈ ਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ। ਭਾਈ ਆ ਸੰਸਾਰ ਤਾਂ ਇੱਕ ਧੂਏ ਦੇ ਪਹਾੜ ਦੇ ਸਮਾਨ ਹੈ। 10 ਬਾਲਤਮ 20 ਰਵਣੰ 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪਖ ਹਿਸੈ, 60 ਕੋ ਬੁਢੇਪਾ ਆਵੈ, 70 ਕਾ ਮਤਹੀਨ 80 ਕਾ ਵਿਹਾਰ ਨਾ ਪਾਵੈ, 90 ਕਾ ਸਹਿਜ ਆਸਨੀ ਮੂਲ ਨਾ ਜਾਣੈ, ਅਪ ਬਲ ਢੰਡੋਲਮ ਢੂੰਡਮ ਡਿਠ ਮੈਂ ਨਾਨਕ, ਜਗ ਧੂਏ ਕਾ ਤਵਲ ਹਰ। ਮਹਾਰਾਜ ਕਹਿੰਦੇ ਇਹ ਜਗਤ ਤਾਂ ਭਾਈ ਧੂਏ ਦਾ ਪਹਾੜ ਹੈ। ਦੂਰੋਂ ਐਨ ਜਾਪਦਾ ਵੀ ਸਾਹਮਣੇ ਕੋਈ ਪਹਾੜ ਹੋਵੇਗਾ, ਪਰ ਥੋੜੀ ਜੀ ਹਵਾ ਵਗੀ, ਹਵਾ ਵਗਦਿਆਂ ਫੇਰ ਪਤਾ ਲੱਗਾ ਵੀ ਇਹ ਤਾਂ ਜਿਹੜਾ ਪਹਾੜ ਜਾਪਦਾ ਸੀ ਦੂਰੋਂ ਇਹ ਤਾਂ ਹੈ ਹੀ ਧੂਏ ਦਾ ਬਣਿਆ ਹੋਇਆ ਸੀ। ਮਹਾਰਾਜ ਜੀ ਹੁਣ ਉਹ ਉਪਦੇਸ਼ ਜਦੋਂ ਸਤਿਗੁਰੂ ਜੀਆਂ ਨੇ ਪੁੱਛਿਆ ਰਾਏ ਬੁਲਾਰ ਜੀ ਦੇ ਬਾਬਤ, ਜਦੋਂ ਕੋਲੋਂ ਪਤਾ ਲੱਗਾ ਵੀ ਉਹ ਚੱਲ ਵਸੇ ਹਨ ਮਹਾਰਾਜ ਜੀ, ਇਹ ਉਪਦੇਸ਼ ਸਾਧ ਸੰਗਤ ਜੀਓ ਉੱਥੇ ਮਹਾਰਾਜ ਕਰ ਰਹੇ ਹਨ ਕਿ ਆ ਜਿੰਨਾ ਵੀ ਪਸਾਰਾ ਹੈ ਸੰਸਾਰ ਦਾ ਭਾਈ ਇਹ ਸਾਰਾ ਕੂੜ ਹੀ ਹੈ, ਇਹ ਸਾਰਾ ਝੂਠ ਹੀ ਹੈ। ਜਾਂ ਤੇ ਸਤ ਨਾਮ ਅਨੁਰਾਗੈ। ਇਹ ਭਾਈ ਉਠੋ ਇਸ ਕਰਕੇ ਸੱਚੇ ਨਾਮ ਦੇ ਨਾਲ, ਜਿਹੜਾ ਸਾਈਂ ਦਾ ਸਦੀਵੀ ਸੱਚਾ ਨਾਮ ਹੈ ਉਹਦੇ ਨਾਲ ਜੁੜੋ। ਸੁਪਨ ਸਮਾਨ ਰਹਿਨ ਜਗ ਮਾਈ। ਇਹ ਤਾਂ ਸੰਸਾਰ ਵਿੱਚ ਭਾਈ ਸੁਪਨ ਸਮਾਨ ਰਹਿਣਾ ਹੈ ਬੰਦੇ ਦਾ। ਸੁਪਨਾ ਜਿਵੇਂ ਸੱਚਾ ਨਹੀਂ ਨਾ ਹੁੰਦਾ, ਇਸੇ ਤਰ੍ਹਾਂ ਭਾਈ ਇਹ ਜਗਤ ਦਾ ਰਹਿਣਾ ਵੀ ਸੱਚਾ ਨਹੀਂ ਹੈ। ਤਜੇ ਮੋਹ ਇਸ ਥਿਰ ਕਛ ਨਾਈ। ਭਾਈ ਇਸ ਕਰਕੇ ਇਸ ਮੋਹ ਨੂੰ ਆਪਣੇ ਜੀਵਨ ਦੇ ਵਿੱਚੋਂ ਛੱਡ ਕਰਕੇ ਭਾਵ ਇਹਦੇ ਤੋਂ ਲਾਂਭੇ ਹੋ ਕਰਕੇ ਇਸ ਵਿਦ ਜੀਵਨ ਜਿਉਵੋ।
ਪਾਓ ਭਗਤ ਜਿਨ ਮਨ ਮੈਂ ਤਾਰੀ। ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਮਾਲਕ ਦੀ ਭਾਉ ਭਗਤੀ ਪ੍ਰੇਮਾ ਭਗਤੀ ਜਿਨ੍ਹਾਂ ਨੇ ਧਾਰਨ ਕੀਤੀ ਹੈ। ਸੋ ਗਮਨੇ ਨਿਜ ਕਾਜ ਸਵਾਰੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੇ ਭਾਈ, ਜਿਨ੍ਹਾਂ ਨੇ ਭਾਉ ਭਗਤੀ ਪ੍ਰੇਮਾ ਭਗਤੀ ਧਾਰਨ ਕੀਤੀ ਹੈ ਤੇ ਮਹਾਰਾਜ ਕਹਿੰਦੇ ਸੋ ਗਮਨਾ ਨਿਜ ਕਾਜ ਸਵਾਰੀ। ਭਾਈ ਉਹ ਫਿਰ ਆਪਣਾ ਕਾਰਜ ਸਵਾਰ ਕੇ ਤੁਰਦੇ ਹਨ। ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ। ਨਿਜ ਘਰ ਮਹਿਲ ਪਵੋ ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ। ਭਾਈ ਉਹ ਆਪਣੇ ਜੀਵਨ ਦਾ ਕਾਰਜ ਸਵਾਰ ਕੇ ਤੁਰਦੇ ਹਨ। ਉਹ ਜਿਸ ਮਕਸਦ ਵਾਸਤੇ ਸੰਸਾਰ ਵਿੱਚ ਆਏ ਹਨ ਭਾਈ ਉਹ ਫਿਰ ਕਾਰਜ ਸਵਾਰ ਕੇ ਤੁਰਦੇ ਹਨ। ਸਦਨ ਵਿਖੇ ਨਰ ਮਿਲਨ ਜੋ ਆਏ। ਇਹਨੂੰ ਹੋਰ ਵੀ ਥਾਵਾਂ ਤੋਂ ਮਹਾਰਾਜੀਆਂ ਦੇ ਕੋਲ ਘਰ ਦੇ ਅੰਦਰ ਲੋਕ ਮਿਲਣ ਵਾਸਤੇ ਆਏ। ਤਨ ਤਨ ਸੁਨ ਬੈਨ ਅਲਾਏ। ਔਰ ਇਹ ਬਚਨ ਸੁਣ ਕੇ ਪਾਤਸ਼ਾਹ ਜੀਆਂ ਨੇ ਹੋਰ ਵੀ ਜਦੋਂ ਇਹ ਸੰਸਾਰ ਦੇ ਬਾਬਤ ਸੰਸਾਰ ਦੀ ਨਾਸ਼ਮਾਨਤਾ ਦੇ ਬਾਬਤ ਸ਼ਬਦ ਕਹੇ ਮਹਾਰਾਜੀਆਂ ਨੂੰ ਮਿਲ ਕਰਕੇ ਪਾਤਸ਼ਾਹ ਜੀਆਂ ਨੂੰ ਧੰਨ ਧੰਨ ਇਹ ਸ਼ਬਦ ਮਹਾਰਾਜੀਆਂ ਦੇ ਪ੍ਰਤੀ ਉਚਾਰਨ ਕਰਨ ਲੱਗੇ। ਗਏ ਬੌਰ ਉਸਤਤ ਸਭ ਕਰਈ। ਫਿਰ ਆਪੋ ਆਪਣੇ ਘਰਾਂ ਨੂੰ ਮਹਾਰਾਜੀਆਂ ਦੀ ਉਸਤਤ ਕਰਦਿਆਂ ਕਰਦਿਆਂ ਆਪੋ ਆਪਣੇ ਘਰਾਂ ਨੂੰ ਗਏ। ਮਹਾਪੁਰਖ ਇਹ ਬਚਨ ਉਚਰਈ। ਕਹਿਣ ਲੱਗੇ ਇਹ ਤਾਂ ਕੋਈ ਵੱਡੇ ਮਹਾਪੁਰਖ ਜਿਸ ਪ੍ਰਕਾਰ ਕੋਈ ਸੰਦੇਸ਼ ਦਿੰਦੇ ਹਨ ਪਾਤਸ਼ਾਹ ਜੀ ਤਾਂ ਇਸ ਪ੍ਰਕਾਰ ਇਹ ਸੰਦੇਸ਼ ਦੇ ਰਹੇ ਹਨ। ਰਹਿਣ ਲਗੇ ਸ੍ਰੀ ਗੁਰ ਘਰ ਮਾਈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੁਝ ਇੱਕ ਸਮਾਂ ਆਪਣੇ ਘਰ ਦੇ ਅੰਦਰ ਉਸ ਥਾਂ ਬਤੀਤ ਕੀਤਾ ਹੈ। ਜਿਨ ਕੇ ਦਰਸ਼ਨ ਦੁਖ ਨਸਾਈ। ਜਿਨ੍ਹਾਂ ਦੇ ਦਰਸ਼ਨ ਦਦਾਰ ਜਿਨ੍ਹਾਂ ਨੂੰ ਤੱਕਿਆ ਸਾਰੇ ਦੁੱਖ ਦੂਰ ਹੁੰਦੇ ਹਨ। ਐਸੇ ਦੀਨ ਦਿਆਲ ਪਾਤਸ਼ਾਹ ਮਹਾਰਾਜ ਭਾਵੇਂ ਘਰ ਵਿੱਚ ਰਹਿਣ ਪਾਤਸ਼ਾਹ ਭਾਵੇਂ ਜੰਗਲ ਦੇ ਵਿੱਚ ਰਹਿਣ ਮਹਾਰਾਜੀਆਂ ਦਾ ਹਿਰਦਾ ਤਾਂ ਉਸ ਮੋਹ ਤੋਂ ਉੱਪਰ ਹੈ। ਉਹ ਤਾਂ ਪਾਤਸ਼ਾਹ ਜੀ ਸਾਨੂੰ ਇਹ ਸੰਸਾਰ ਦਾ ਸ਼ੀਸ਼ਾ ਪਏ ਵਿਖਾ ਰਹੇ ਹਨ। ਭਾਈ ਜੇ ਰਹਿਣਾ ਹੈ ਜਗਤ ਦੇ ਅੰਦਰ ਕਿਸ ਪ੍ਰਕਾਰ ਰਹਿਣਾ ਹੈ। ਹਾਲਾਂਕਿ ਪਾਤਸ਼ਾਹ ਜੀ ਜਦੋਂ ਘਰ ਵਿੱਚ ਨਹੀਂ ਆਏ ਇਸ ਦਾ ਭਾਵ ਇਹ ਨਹੀਂ ਕਿ ਪਾਤਸ਼ਾਹ ਇਸ ਗੱਲੋਂ ਪਏ ਡਰਦੇ ਹਨ ਕਿ ਕਿਤੇ ਘਰ ਦੇ ਮੋਹ ਵਿੱਚ ਨਾ ਫਸ ਜਾਵਾਂ। ਨਹੀਂ, ਉਹ ਤਾਂ ਪਾਤਸ਼ਾਹ ਸਾਨੂੰ ਇਹ ਬਾਤ ਸਮਝਾ ਰਹੇ ਹਨ। ਉਹ ਤਾਂ ਜਗਤ ਨੂੰ ਮਹਾਰਾਜ ਜੀ ਇਹ ਸੰਦੇਸ਼ ਪਏ ਦੇਣਾ ਚਾਹੁੰਦੇ ਹਨ। ਭਾਈ ਰਹੋ ਸੰਸਾਰ ਦੇ ਅੰਦਰ, ਰਹੋ ਸੋਹਣੇ ਘਰਾਂ ਦੇ ਅੰਦਰ। ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੈ ਚਾਓ। ਭਾਈ ਇਹਨਾਂ ਵਿੱਚ ਰਹਿੰਦਿਆਂ ਹੋਇਆਂ ਵੀ ਬੇਨਤੀ ਕਰੋ ਕਿ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਵੈ ਨਾਓ। ਇਹ ਬੇਨਤੀ ਕਰੀਏ ਭਾਈ ਜੇ ਕਿਤੇ ਇਹਨਾਂ ਮਹਿਲ ਮਾੜੀਆਂ ਵਿੱਚ ਰਹਿੰਦਿਆਂ ਕਰਤਾਰ ਹਿਰਦੇ ਤੋਂ ਯਾਦ ਨਾ ਉਹਦੀ ਵਿਸਰ ਜਾਏ। ਪਾਤਸ਼ਾਹ ਜੀ ਘਰ ਵਿੱਚ ਕੁਝ ਇੱਕ ਸਮਾਂ ਠਹਿਰੇ ਹਨ ਰਹਿ ਰਹੇ ਹਨ। ਜਿਨ੍ਹਾਂ ਦੇ ਦੀਦਾਰ ਕੀਤਿਆਂ ਸਾਰੇ ਹੀ ਦੁੱਖ ਦਲਿੱਦਰ ਨਸ ਜਾਂਦੇ ਹਨ। ਸ਼੍ਰੀ ਅੰਗਦ ਗੁਰ ਮੁਝ ਪ੍ਰਤ ਪਾਖਾ। ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਬਾਲਾ ਜੀ ਜਿਵੇਂ ਕਥਾ ਸੁਣਾ ਰਹੇ ਹਨ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ। ਹੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮੇਰੇ ਪ੍ਰਤੀ ਇਹ ਬਚਨ ਕਹੇ। ਬਾਲੇ ਮਿਲ ਕੁਟੰਬ ਕਰ ਕਾਂਖਾ। ਕਹਿੰਦੇ ਹੇ ਭਾਈ ਬਾਲਾ ਜੀ ਤੁਸੀਂ ਵੀ ਆਪਣੇ ਕੁਟੰਬ ਨੂੰ ਪਰਿਵਾਰ ਨੂੰ ਮਿਲਾਓ। ਮਿਲ ਕਰ ਤਿਨ ਤੂਰਨ ਚਲ ਆਈਓ। ਔਰ ਧਿਆਨ ਰੱਖਿਓ ਵੀ ਬਹੁਤਾ ਸਮਾਂ ਨਾ ਲਾਇਓ। ਮਿਲ ਕਰਕੇ ਤੁਸੀਂ ਛੇਤੀ ਵਾਪਸ ਆ ਜਾਇਓ। ਮੋਹ ਪੰਕ ਤਿਨ ਨਿਜ ਫਸ ਜਈਓ। ਇਹ ਨਾ ਹੋਵੇ ਕਿਤੇ ਮੋਹ ਰੂਪੀ ਚਿੱਕੜ ਵਿੱਚ ਉੱਥੇ ਕਿਤੇ ਫਸ ਨਾ ਜਾਇਓ। ਘਰ ਵਿੱਚ ਜਾਇਓ ਮਿਲ ਕਰਕੇ ਛੇਤੀ ਵਾਪਸ ਆ ਜਾਇਓ। ਬੇਦਿਨ ਕਮਲ ਵੰਸ ਕਰ ਹੰਸੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਦੀਆਂ ਦੇ ਕੁੱਲ ਦੇ ਹੰਸ। ਮੈਂ ਚਲਗਾ ਤਿਨ ਕਰ ਪਰਸੰਸੋ। ਐਸੇ ਦੀਨ ਦਿਆਲ ਪਾਤਸ਼ਾਹ ਜੀ ਦੀ ਉਸਤਤ ਉਚਾਰਨ ਕਰਦਿਆਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀਓ ਮਹਾਰਾਜ ਮੈਂ ਆਪਣੇ ਘਰ ਨੂੰ ਚਲਾ ਗਿਆ। ਨਿਜ ਕੁਟੰਬ ਮਿਲ ਮੋਦ ਬੜਾ ਕਰ। ਔਰ ਆਪਣੇ ਪਰਿਵਾਰ ਨੂੰ ਇਸ ਪ੍ਰਕਾਰ ਬੜੇ ਪ੍ਰੇਮ ਦੇ ਨਾਲ ਬੜੇ ਚਾਉ ਮਲਾਰ ਨਾਲ ਮਿਲਿਆ। ਆਵਤ ਪਾਹੋਂ
ਟਿਗ ਕਰੁਣਾ ਕਰ। ਔਰ ਕੁਝ ਇੱਕ ਸਮੇਂ ਦੇ ਬਾਅਦ, ਥੋੜੇ ਦਿਨਾਂ ਦੇ ਬਾਅਦ ਫਿਰ ਮੈਂ ਪਾਤਸ਼ਾਹ ਜੀਆਂ ਦੇ ਮੁਬਾਰਕ ਚਰਨ ਕਮਲਾਂ ਪਾਸ ਆ ਜੁੜਿਆ। ਦੋਹਰਾ ਸਿੰਘ ਬਹਾਨੀ ਮਾਤ ਜਗ ਅਸ਼ਟ ਪੁਜੀ ਖਲ ਕਾਲ। ਸ਼ੇਰ ਦੀ ਸਵਾਰੀ ਕਰਨ ਵਾਲੀ ਉਸ ਪਰਿਪੂਰਨ ਪਰਮਾਤਮਾ ਮਹਾਰਾਜ ਜੀਆਂ ਦੀ ਸ਼ਕਤੀ 8 ਭੁਜਾਵਾਂ ਵਾਲੀ, ਖਲਾਂ ਨੂੰ ਮਾਰਨ ਵਾਲੀ। ਨਮਸਕਾਰ ਤੈ ਚਰਨ ਕੋ ਉਚਰੋਂ ਕਥਾ ਰਸਾਲ। और ऐसे पातशाह परिपूर्ण परमात्मा जियों के मुबारक चरण कमला पा साध संगत जियो वंदना करदा होया अगे महाराज जियों की मिठी रसाल कथा संगत दे नाल मैं सांझ पाउंदा हां। जो पई सुनो कथा श्री फेरू नंदन। धन श्री गुरु अंगद देव जीओ महाराज बाबा फेरू मल जियां दे सुपुत्र जीओ। धन श्री गुरु अंगद देव महाराज सच्चे पातशाह जियां दे पिता जियां दा नाम भी पावन पवित्र बाणी विच आउंदा है। धन सतगुरु श्री गुरु अमरदास महाराज जियां दे तेज भान तेजो को नंदन। महाराज जियां दे पिता जियां दा नाम भी सतगुरु महाराज जियां की पावन पवित्र बाणी अंदर अंकित है। फेर वसाया फेरू आन सतगुर खाडूर फेरू आन, फिर बाबा फेरू मल जी। इसे तरह ही भाई संतोख सिंह जी अध्याय की प्रारंभता करदियां होया बचन कीता कि हे धन गुरु अंगद देव जीओ महाराज बाबा फेरू मल जियां दे सुपुत्र जीओ अगे मुबारक कथा सुनो। श्रोतन के अग ओग निकंदन। जो श्रोता जना दी जो सुनने वालियां दे दुख कटन वाली है। तलवंडी में दीन दयाला। दीन दयाल पातशाह धन गुरु नानक देव महाराज जी तलवंडी विच जिन्हां ने हुण वासा कीता। रहते हो कितक बिताए काला। इस प्रकार रहिंदियां होया पातशाह जियां ने उत्थे थोड़ा समा बतीत कीता। एक दिवस कालो टिग आवा। एक दिन सतगुरु गुरु नानक देव महाराज जियां दे कोल धन गुरु नानक देव महाराज जियां दे कोल उन्हां दे पिता जियां ने आन के बचन कीते। हित समझावन बचन अलावा। और थोड़ा जिहा समझाउण वास्ते जिवें पिता जियां दा सुभाव हुंदा है कुछ समझाउण वास्ते फिर कोल आके बचन करन लगे। हे सुत गृहस्थी रीत करी जै। फिर लगे कहण पुत्र जी जिवें तुसीं ਇਹ ਆਪਣਾ ਸੁਭਾਅ ਬਣਾਇਆ ਹੈ ਵੇਖ ਬਣਾਇਆ ਹੈ ਇਹ ਮੈਨੂੰ ਚੰਗਾ ਨਹੀਂ ਲੱਗਦਾ। ਤੁਸੀਂ ਇੱਕ ਕੰਮ ਕਰੋ ਜਿਵੇਂ ਘਰ ਗ੍ਰਸਤੀ ਵਾਲੇ ਤੁਸੀਂ ਵਸਤਰ ਪਹਿਲਾਂ ਤਾਂ ਤੁਸੀਂ ਉਹ ਵਸਤਰ ਪਹਿਨੋ ਗ੍ਰਸਤੀਆਂ ਵਾਲੇ। ਜਿਹੜੀ ਰੀਤ ਗ੍ਰਸਤੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਘਰ ਕੰਮਕਾਰ ਚਲਾਉਣ ਦੀ ਤੁਸੀਂ ਉਹ ਵਾਲੀ ਰੀਤ ਅਪਣਾਓ। ਵੇਖ ਫਕੀਰੀ ਅਬ ਤਜ ਦੀਜੈ। ਇਹ ਫਕੀਰਾਂ ਵਾਲੇ ਕੱਪੜੇ ਇਹ ਤੁਸੀਂ ਉਤਾਰ ਦੇਵੋ। ਆਗੇ ਦਰਬ ਜਿਤੇ ਘਰ ਬਾਰਾ। ਪਹਿਲਾਂ ਜਿੰਨਾ ਘਰ ਦੇ ਅੰਦਰ ਕੋਈ ਪੈਸਾ ਟਕਾ ਦਰਬ ਧਨ ਸੰਪਦਾ ਸੀ ਹੋਏ ਬਿਰਕਤ ਲੁਟਾਇਓ ਸਾਰਾ। ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਜਿਸ ਪ੍ਰਕਾਰ ਤੁਸਾਂ ਨੇ ਵਿਰਕਤ ਹੋ ਕਰਕੇ ਸਾਰਾ ਘਰ-ਬਾਰ ਪਹਿਲਾਂ ਲੁਟਾ ਦਿੱਤਾ ਸੀ। ਕੋਈ ਗੱਲ ਨਹੀਂ। ਪਿਤਾ ਜੀ ਕੋਲੋਂ ਫਿਰ ਲੱਗੇ ਕਹਿਣ ਕਹਿੰਦੇ ਕੋਈ ਗਮ ਨਹੀਂ ਹੁਣ ਉਸ ਗੱਲ ਦਾ। ਹੁਣ ਤੁਸੀਂ ਫਿਰ ਦੁਬਾਰਾ ਆਏ ਹੋ ਹੁਣ ਤੁਸੀਂ ਉਹ ਆਪਣੀ ਜ਼ਿੰਮੇਵਾਰੀ ਦੇ ਨਾਲ ਕੋ ਕ੍ਰਿਤ ਅਬ ਲਿਓ ਸੰਭਾਰੀ। ਚਲੋ ਉਸ ਗੱਲ ਨੂੰ ਛੱਡੋ ਧਨ ਸੰਪਦਾ ਚਲੀ ਗਈ ਕੋਈ ਗੱਲ ਨਹੀਂ ਹੁਣ ਤੁਸੀਂ ਹੋਰ ਜ਼ਿੰਮੇਵਾਰੀ ਦੇ ਨਾਲ ਕੋਈ ਹੋਰ ਕੰਮਕਾਰ ਛੇੜ ਲਓ। ਪਹਿਲਾਂ ਜਿੰਨਾ ਕੋਈ ਘਰ ਦੇ ਅੰਦਰ ਧਨ ਸੰਪਦਾ ਸੀ ਚਲੀ ਗਈ ਕੋਈ ਗੱਲ ਨਹੀਂ ਹੁਣ ਹੋਰ ਕੋਈ ਕੰਮਕਾਰ ਵੀ ਤੁਸੀਂ ਕੋਈ ਆਪਣਾ ਘਰ ਗ੍ਰਸਤੀ ਤੋਰਨ ਵਾਸਤੇ ਕੋਈ ਹੋਰ ਕੰਮਕਾਰ ਚਲਾਓ। ਦਰਬ ਕਮਾਓ ਸੁਮਤ ਵਿਚਾਰੀ। ਔਰ ਆਪਣੀ ਸੁਮਤ ਵਿਚਾਰ ਕਰਕੇ ਚੰਗੀ ਮਤ ਦੇ ਨਾਲ ਤੁਸੀਂ ਧਨ ਕਮਾਉਣਾ ਕਰੋ। ਜਰਾ ਗ੍ਰਸੀ ਅਬ ਦੇਹ ਹਮਾਰੀ। ਹੁਣ ਬੁਢੇਪੇ ਨੇ ਸਾਡੀ ਦੇਹੀ ਨੂੰ ਗ੍ਰਸ ਲਿਆ ਹੈ। ਬੁਢੇਪੇ ਨੇ ਇਸ ਕਾਇਆ ਉੱਪਰ ਸਾਡੇ ਜ਼ੋਰ ਪਾ ਲਿਆ ਹੈ ਮੇਰੇ ਉੱਪਰ ਵੀ ਔਰ ਆਪ ਜੀਆਂ ਦੀ ਮਾਤਾ ਉੱਪਰ ਵੀ।
ਸਾਡੇ ਉੱਪਰ ਹੁਣ ਇਸ ਬੁਢੇਪੇ ਨੇ ਆਪਣਾ ਪ੍ਰਭਾਵ ਪਾ ਲਿਆ ਹੈ। ਸੁਖ ਦੇਵਨ ਕੀ ਹੈ ਤਬ ਵਾਰੀ। ਹੁਣ ਪੁੱਤਰ ਜੀ ਤੁਹਾਡੀ ਵਾਰੀ ਹੈ ਸਾਨੂੰ ਬੁਢੇਪੇ ਵਿੱਚ ਸੁਖ ਦੇਣ ਦੀ। ਪਹਿਲਾਂ ਸਾਡੀ ਜ਼ਿੰਮੇਵਾਰੀ ਸੀ, ਅਸੀਂ ਉਹ ਨਿਭਾਈ ਹੈ। ਹੁਣ ਬੁਢੇਪਾ ਆਇਆ ਹੈ, ਹੁਣ ਸਾਥੋਂ ਉਤਨਾ ਕੰਮਕਾਰ ਨਹੀਂ ਹੁੰਦਾ। ਹੁਣ ਉਹ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ। ਅਸੀਂ ਹੁਣ ਬੁਢੇਪੇ ਵਿੱਚ ਹਾਂ, ਤੁਸੀਂ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਤੁਸੀਂ ਮੋਢਿਆਂ ਤੇ ਚੁੱਕ ਲਓ। ਕਿਉਂਕਿ ਪਿਤਾ ਜੀ ਦਾ ਜਿਵੇਂ ਸੰਸਾਰੀ ਸੁਭਾਅ ਹੈ, ਆਪਣੇ ਮਹਾਰਾਜੀਆਂ ਦੇ ਕੋਲ ਬੈਠਿਆਂ ਉਸ ਪ੍ਰਕਾਰ ਉਹ ਬਚਨ ਕਰਨ ਲੱਗੇ। ਸਰਬ ਸਦਨ ਕੋ ਕਾਰ ਚਲਾਵੋ। ਔਰ ਸਾਰੀ ਜ਼ਿੰਮੇਵਾਰੀ ਦੇ ਨਾਲ ਘਰ ਦੀ ਸਾਰੀ ਜ਼ਿੰਮੇਵਾਰੀ ਤੁਸੀਂ ਉਹ ਨਿਭਾਉਣਾ ਕਰੋ। ਨਿਜਪੁਰ ਬਸੋ ਬੈਸ ਸੁਖ ਪਾਵੋ। ਔਰ ਇਸੇ ਪੁਰੀ ਦੇ ਅੰਦਰ ਤਲਵੰਡੀ ਵਿੱਚ ਤੁਸੀਂ ਇੱਥੇ ਵਸ ਕਰਕੇ ਇੱਥੇ ਹੀ ਸਮਾਂ ਬਤੀਤ ਕਰੋ। ਰਹੀਏ ਹਮਰੀ ਦ੍ਰਿਸ਼ਟੀ ਅਗਾਰੀ। ਔਰ ਪਤਾ ਨਹੀਂ ਹੋਰ ਕਿੰਨੇ ਕੁ ਸਾਲ ਜਾਂ ਕਿੰਨੇ ਕੁ ਦਿਨ ਬਾਕੀ ਸਾਡੀ ਜ਼ਿੰਦਗੀ ਦੇ ਰਹਿੰਦੇ ਹਨ। ਸਾਡੀ ਇੱਛਾ ਹੈ ਵੀ ਤੁਸੀਂ ਸਾਡੀਆਂ ਅੱਖਾਂ ਸਾਹਮਣੇ ਤੁਸੀਂ ਇੱਥੇ ਹੀ ਸਾਡੇ ਕੋਲ ਰਹਿਣਾ ਕਰੋ। ਸੁਖੀ ਰਹੇ ਤਬ ਪਿਖ ਮੈਂ ਤਾਰੀ। ਔਰ ਤੁਹਾਡੇ ਮਾਤਾ ਜੀ ਵੀ ਤੁਹਾਨੂੰ ਆਪਣੀਆਂ ਅੱਖਾਂ ਸਾਹਮਣੇ ਵੇਖ ਕਰਕੇ ਪ੍ਰਸੰਨ ਹੋਣਗੇ। ਨਿਜ ਸੁਤ ਇਸਤਰੀ ਲਿਓ ਮੰਗਾਈ। ਔਰ ਆਪਣੇ ਸੁਪੁੱਤਰਾਂ ਨੂੰ ਤਥਾ ਆਪਣੀ ਇਸਤਰੀ ਘਰਵਾਲੀ ਨੂੰ ਸੁਲਤਾਨਪੁਰ ਆਪਾਂ ਬੁਲਾ ਕਰਕੇ ਆਪਾਂ ਤਲਵੰਡੀ ਹੀ ਇੱਥੇ ਬੁਲਾ ਲੈਨੇ ਆ। ਕਿਉਂਕਿ ਮਹਾਰਾਜੀਆਂ ਦਾ कुटुंब पातशाह जियां दे सुपुत्र और महाराजियों की सुपत्नी मात सुलखनी जी उस वक्त साध संगत जी उस सुल्तानपुर लोधी दे मुबारक स्थान ते सन। पिता जी लगे कहन कहंदे हुण आओ आपां सारा परिवार एक थां आपां रहने हां, सारियां नूं तुसीं इत्थे ही कोल बुला लवो। कर प्रतपाल सबन हित लाई। और सारियां दे नाल प्रतिपालना करके सारियां दे नाल प्रेम सहित एक थां आपां रहना करिए। विचरे हैं सो कित कित थाना। किथे किथे आपां तुसी किस थां ते बैठे हो, असीं किसे थां ते बैठे हां। कुटुंब तुहाडा किसे थां ते बैठा है। तुझ बहीन रही दुखवाना। और तुहाडे तो बिना असीं बड़े ही दुखी होके रहने हां। समां तां चलो संसार विच असीं बसर करदे हां, पर तुहाडे तो बिना इक्को पुत्र है, पुत्र भी अखां सावे नहीं है, ते उन्हां तो बिना तां असीं दुखी ही रहिंदे हां। इस बिद के सुन के बचताता। और साध संगत जीओ पातशाह जियां ने अपने पिता जियां दी रसना तो जदों शब्द सुने, सुभावक से कि पिता जी दी इच्छा इहो है कि जिवें होर संसार दे अंदर लोक विचरदे हन, उन्हां दे सुपुत्र भी उसे तरह विचरन। पर पिता जी नूं इस बात का नहीं ज्ञान कि सतगुरु गुरु नानक देव महाराज सच्चे पातशाह जियां नूं परिपूर्ण परमात्मा आप स्वरूप लैके किस काज हित जगत दे विच आए हुए हन। जदों महाराज जियां ने बचन अपने पिता जियां दी रसना तो सुनिया, धन श्री गुरु नानक देव महाराज जी बचन करन लगे। बोले प्रभु ज्ञान सुख दाता। सुखां दे दाते ज्ञान देन वाले महाराज जी बचन करदे हन। सुन पित ए मत नौका न्याई। सुनो पिता जी, जेड़ी ए मत है ना अपनी बंदे दी मत, ए एक किश्ती दी न्याई नौका दी न्याई है। दर्ब मोह जल सरता ताई। और जेड़ी इस धन माया दे पानी दे ऊपर जिवें ए किश्ती चलदी है, उसे तरह ही ए मत पई चलदी है। जे नौका में जल पर जावे। ध्यान करियो पिता जी, जे किते नौका दे अंदर जे किते किश्ती दे विच पानी पै जाए, जे किश्ती दे विच बेड़ी दे विच पानी पै जाए जां बेड़ी विच पानी भर जाए, कि वो बेड़ी पार लग सकती है? नहीं लग सकती, वो डुब जाएगी। इस नूं अपनी मत नूं एक बेड़ी न्याई मनना करो। तत छिन अपने बीच डुबावे। तत छिन नाल ही पानी दे विच, उसे पानी विच जिथे पई तैरदी है, जे विच पानी पै गया, पानी भर गया बेड़ी विच, उसे थां ते ओ बेड़ी डुब जाएगी। सतगुर केवट मिले जे आई। हाँ, जे सतगुरु जी रूपी मला किते मिल जान,
ਕਿਤੇ ਗੁਰੂ ਰੂਪੀ ਮਲਾ ਮਿਲ ਪਵੇ, ਜਿਹਨੂੰ ਚੱਪੂ ਮਾਰਨ ਦਾ ਵੱਲ ਹੋਵੇ, ਜਿਹਨੂੰ ਬੇੜੀ ਪਾਰ ਲਾਉਣ ਦਾ ਵੱਲ ਹੋਵੇ। ਮਤ ਨੋਕਾ ਪਰ ਹੋਏ ਚੁਕਸਾਈ, ਉਹ ਫਿਰ ਮਤ ਰੂਪੀ ਬੇੜੀ ਦੇ ਅੰਦਰ ਬੜੀ ਚੁਕਸਾਈ ਦੇ ਨਾਲ, ਬੜੇ ਧਿਆਨ ਦੇ ਨਾਲ ਫਿਰ ਉਹ ਰਾਖੀ ਕਰਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਗੁਰੂ ਕੀ ਬਾਣੀ ਅੰਦਰ ਅਨੇਕਾਂ ਥਾਵਾਂ ਤੇ ਮਹਾਰਾਜ ਜੀ ਇਹ ਪਾਵਨ ਪਵਿੱਤਰ ਬਚਨ ਮਹਾਰਾਜ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ। ਕਿਤੇ ਮਹਾਰਾਜ ਜੀਆਂ ਨੇ ਹਾਥੀ ਵੱਤ ਕਹਿ ਦਿੱਤਾ, ਗਿਆਨ ਕੁੰਡਾ ਜੈ ਖਿੰਚੈ ਤੈ ਜਾਏ, ਨਾਨਕ ਹਸਤੀ ਕੁੰਡੇ ਬਾਰਾ ਫਿਰ ਉੱਜੜ ਪਾਏ। ਜੇ ਕਿਤੇ ਹਾਥੀ ਦੇ ਸਿਰ ਦੇ ਉੱਪਰ ਕੁੰਡਾ ਨਾ ਹੋਵੇ ਮੁਹਾਵਤ ਦਾ, ਉਹਦਾ ਜਿੱਧਰ ਚਿੱਤ ਕਰੇ ਉਧਰ ਹੀ ਉਜਾੜ ਪਾਉਂਦਾ ਜਾਂਦਾ ਹੈ। ਮਹਾਰਾਜ ਜੀਆਂ ਨੇ ਕਿਹਾ, ਭਾਈ ਇਸ ਮਨ ਦੇ ਉੱਪਰ, ਇਸ ਮਤ ਦੇ ਉੱਪਰ ਗੁਰੂ ਦੇ ਜੇ ਸ਼ਬਦ ਦਾ ਕੁੰਡਾ ਹੋਵੇ ਫਿਰ ਹੀ ਇਹ ਠੀਕ ਰਹਿੰਦਾ ਹੈ, ਵਰਨਾ ਨਹੀਂ ਤਾਂ ਇਹ ਵੀ ਉਸ ਹਾਥੀ ਦੇ ਨਿਆਈ ਉਜਾੜ ਹੀ ਪਾਉਂਦਾ ਜਾਂਦਾ ਹੈ, ਸਾਰੇ ਪਾਸੇ ਢਹਿ ਢੇਰੀ ਕਰਦਾ ਤੁਰਿਆ ਜਾਏਗਾ। ਇੱਥੇ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਧਾਂਤ ਪਏ ਬਖਸ਼ਦੇ ਹਨ, ਪ੍ਰਮਾਣ ਮਹਾਰਾਜ ਜੀਆਂ ਨੇ ਦਿੱਤੇ ਹਨ। ਗੁਰਦੇਵ ਮਹਾਰਾਜ ਜੀ ਲੱਗੇ ਕਹਿਣ, ਭਾਈ ਜੇਕਰ ਇਸ ਮਤ ਨੂੰ ਤੋਰਨ ਵਾਲਾ ਗੁਰੂ ਰੂਪੀ ਮਲਾ ਮਿਲ ਪਵੇ ਤੇ ਗੁਰੂ ਰੂਪੀ ਮਲਾ ਬੜੀ ਚੁਕਸਾਈ ਦੇ ਨਾਲ, ਬੜੀ ਧਿਆਨ ਦੇ ਨਾਲ ਇਸ ਮਤ ਦੀ ਰਾਖੀ ਕਰਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਾਂ ਹੀ ਤਾਂ ਸੇਵਕ ਜਨ ਅਰਦਾਸ ਕਰਦੇ ਹਨ ਨਾ, ਮਾਲਕ ਜੀ ਸਾਨੂੰ ਵਿਵੇਕ ਦਾਨ ਬਖਸ਼ਿਸ਼ ਕਰੋ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਹੇ ਮੇਰੇ ਮਾਲਕ ਜੀ ਆਪ ਰਹਿਮਤ ਕਰੋ ਇਸ ਮਤ ਦੇ ਉੱਪਰ, ਤੁਸੀਂ ਮਾਲਕ ਜੀ ਸੀਸ ਦੇ ਉੱਪਰ ਤੁਸੀਂ ਆਪਣਾ ਹੱਥ ਰੱਖ ਕੇ ਇਹਨੂੰ ਚੰਗੇ ਪਾਸੇ ਪ੍ਰੇਰਿਤ ਕਰੋ, ਇਸ ਮਤ ਨੂੰ ਠੀਕ ਪਾਸੇ ਤੁਸੀਂ ਪ੍ਰੇਰਣਾ ਕਰੋ। ਮੋਹ ਦਰਬ ਤੇ ਉਰਦ ਚਲਾਵੇ, ਫਿਰ ਜਦੋਂ ਸਤਿਗੁਰੂ ਰੂਪੀ ਮਲਾ ਮਿਲ ਪੈਣ, ਫਿਰ ਇਸ ਮੋਹ ਤੋਂ ਉੱਪਰ ਗੁਰੂ ਜੀ ਉਸ ਬੇੜੀ ਨੂੰ, ਉਸ ਮਤ ਨੂੰ ਚਲਾਉਂਦੇ ਹਨ। ਜਦੋਂ ਗੁਰੂ ਰੂਪੀ ਮਲਾ ਮਿਲ ਪਵੇ ਫਿਰ ਮੋਹ ਰੂਪੀ ਦਰਬ ਤੋਂ ਮਾਲਕ ਸੱਚੇ ਪਾਤਸ਼ਾਹ ਬੇੜੀ ਇਸ ਢੰਗ ਨਾਲ ਤੋਰਦੇ ਹਨ। ਖੇਵਨ ਕਰੇ ਗਿਆਨ ਸੁਨਾਵੇ, ਔਰ ਇਸ ਪ੍ਰਕਾਰ ਦੇ ਨਾਲ ਚੱਲ ਰਹੀ ਨਦੀ ਦੇ ਵਿੱਚੋਂ ਗਿਆਨ ਦੇ ਨਾਲ ਇਹਨੂੰ ਬਾਹਰ ਕੱਢ ਲੈਂਦੇ ਹਨ। ਆਤਮ ਲਖਨੋ ਪਾਰ ਕਿਨਾਰਾ, ਔਰ ਇਸ ਆਤਮਾ ਨੂੰ ਜਾਣੋ ਬਈ ਇਹ ਪਾਰਲੇ ਪਾਸੇ ਪਹੁੰਚਣਾ ਹੈ। ਆਤਮਾ ਨੂੰ ਤੁਸੀਂ ਬਾਹਰ ਕਿਨਾਰਾ ਸਮਝੋ ਜਿੱਥੋਂ ਤੱਕ ਪਹੁੰਚਣਾ ਹੈ। ਪਹੁੰਚੇ ਤੇ ਤਬ ਹੋਏ ਸੁਖਾਰਾ, ਜਦੋਂ ਫਿਰ ਜੀਵ ਉਸ ਥਾਂ ਤੇ ਪਹੁੰਚ ਜਾਏ ਆਪਣੇ ਮੰਜ਼ਿਲ ਮਕਸੂਦ ਤੱਕ, ਫਿਰ ਹੀ ਜੀਵ ਸੁਖੀ ਹੋ ਸਕਦਾ ਹੈ। ਨਾ ਤਾਂ ਇਹ ਜਨਮ ਮਰਨ ਦੁੱਖ ਪਾਰੀ, ਨਹੀਂ ਤਾਂ ਫਿਰ ਭਾਈ ਨੱਥ ਇਹ ਤਾਂ ਉਸੇ ਫਿਰ ਜਨਮ ਮਰਨ ਦੀ ਪੀੜਾ ਦੇ ਅੰਦਰ ਫਿਰ ਉਸੇ ਤਰ੍ਹਾਂ ਨਹੀਂ ਤਾਂ ਪਿਆ ਰਹਿੰਦਾ ਹੈ। ਜੇ ਇਹ ਜਗਤ ਦੇ ਵਿੱਚ ਹੀ ਇਹਦੇ ਜੀਵਨ ਦੀ ਬੇੜੀ ਜੇ ਕਿਤੇ ਫਸ ਜਾਏ, ਇਹ ਫਿਰ ਇਸੇ ਜਨਮ ਤਥਾ ਮਰਨ ਦੇ ਵਿੱਚ ਹੀ ਪਿਆ ਰਹਿੰਦਾ ਹੈ। ਆਏ ਜਾਏ ਜਗ ਵਾਰੰਗਵਾਰੀ, ਉਹ ਫਿਰ ਜਿਵੇਂ ਜਗਤ ਦੇ ਅੰਦਰ ਵਾਰ-ਵਾਰ ਦਾ ਜੰਮਣਾ, ਵਾਰ-ਵਾਰ ਦਾ ਮਰਨਾ ਨਹੀਂ ਤਾਂ ਇਹਦਾ ਫਿਰ ਬਣਿਆ ਰਹਿੰਦਾ ਹੈ ਜਦੋਂ ਤੱਕ ਇਹਨੂੰ ਗੁਰੂ ਰੂਪੀ ਮਲਾ ਨਹੀਂ ਮਿਲਦਾ। ਅਸ ਕੈ ਕਿਰਪਾ ਦ੍ਰਿਸ਼ਟੀ ਅਵਲੋਕੀ, ਇਸ ਪ੍ਰਕਾਰ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀਓ ਇਹ ਪਾਵਨ ਪਵਿੱਤਰ ਬਚਨ ਮਹਾਰਾਜ ਜੀਆਂ ਨੇ ਆਪਣੇ ਪਿਤਾ ਜੀ ਵੱਲ ਕੀਤੇ ਹਨ। ਪਿਤ ਕੇ ਉਰਤੇ ਮਾਇਆ ਰੋਕੀ, ਔਰ ਪਿਤਾ ਜੀਆਂ ਦੇ ਹਿਰਦੇ ਦੇ ਉੱਪਰ ਜਿਹੜਾ ਕੁਝ ਥੋੜਾ ਬਹੁਤ ਮਾਇਆ ਦਾ ਪ੍ਰਭਾਵ ਸੀ, ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਦੂਰ ਕਰ ਦਿੱਤਾ। ਤਤ ਛਿਨ ਗਿਆਤ ਹਿਰਦੇ ਮੈਂ ਆਈ, ਉਸੇ ਤਰ੍ਹਾਂ ਸਮਰੱਥ ਗੁਰੂ ਸਿਰ ਹੱਥ ਧਰਿਓ ਮਹਾਵਾਕ ਅਨੁਸਾਰ ਹਿਰਦੇ ਤੋਂ ਮਾਇਆ ਦਾ ਪ੍ਰਭਾਵ ਦੂਰ ਕਰ ਦਿੱਤਾ। ਹਿਰਦੇ ਅੰਦਰ ਮਹਿਤਾ ਕਾਲੂ ਜੀਆਂ ਦੇ ਹਿਰਦੇ ਦੇ ਅੰਦਰ ਵੀ ਗਿਆਨ ਦਾ ਵਾਸਾ ਹੋਇਆ। ਜਨ ਮਦ ਉਤਰ ਗਏ ਸੁਧ ਪਾਈ, ਜਿਸ ਪ੍ਰਕਾਰ ਕੋਈ ਜੀਵ ਦਾ ਸਿਰ ਤੋਂ ਨਸ਼ਾ ਉਤਰ ਜਾਏ, ਕਿਸੇ ਨੇ ਕੋਈ ਨਸ਼ਾ ਕੀਤਾ ਹੋਵੇ, ਥੋੜੇ ਸਮੇਂ ਬਾਅਦ ਉਹ ਨਸ਼ਾ ਉਤਰ ਜਾਏ, ਉਹਨੂੰ ਸੋਝੀ ਆਏ, ਕਹਿੰਦੇ ਮਹਿਤਾ ਕਾਲੂ ਜੀਆਂ ਨੂੰ ਵੀ ਫਿਰ ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਅਧਿਆਤਮਕ ਗਿਆਨ ਬਖਸ਼ ਕਰਕੇ
ਉਹਨਾਂ ਨੂੰ ਵੀ ਸੋਝੀ ਬਖਸ਼ ਦਿੱਤੀ। ਬੋਲਿਓ ਕਰਕੇ ਭਾਉ ਕਨੇਰਾ, ਬੜੇ ਭਾਉ ਦੇ ਨਾਲ ਉਸ ਵਕਤ ਮਹਾਰਾਜੀਆਂ ਦੇ ਕੋਲ ਬਚਨ ਕੀਤੇ। ਮੈਂ ਜਾਣਤ ਰਿਓ ਸੁਤ ਮੇਰਾ, ਇਹ ਪੁੱਤਰ ਮੈਂ ਤਾਂ ਕੇਵਲ ਤੁਹਾਨੂੰ ਇੱਕ ਪੁੱਤਰ ਦੀ ਨਿਆਈ ਹੀ ਸਮਝਦਾ ਰਿਹਾ ਹਾਂ, ਮੈਂ ਕੇਵਲ ਤੁਹਾਨੂੰ ਇੱਕ ਪੁੱਤਰ ਵੱਤ ਹੀ ਸਮਝਦਾ ਰਿਹਾ ਹਾਂ। ਮਹਾਪੁਰਖ ਤੁਮ ਦੀਨ ਦਿਆਲਾ, ਔਰ ਤੁਸੀਂ ਤਾਂ ਇਸ ਜਗਤ ਦੇ ਅੰਦਰ ਮਹਾਂਪੁਰਖ, ਦੀਨ ਦੁਨੀਆ ਦੇ ਉੱਪਰ, ਦੀਨ ਦੁਖੀਆਂ ਦੇ ਉੱਪਰ ਤੁਸੀਂ ਦਇਆਲੂ, ਦਇਆ ਕਰਨ ਵਾਲੇ। ਮੁਝ ਉਰ ਦੀਜੇ ਗਿਆਨ ਵਿਸਾਲਾ, ਮੈਨੂੰ ਹਿਰਦੇ ਦੇ ਅੰਦਰ ਹੋਰ ਵੀ ਤੁਸੀਂ ਗਿਆਨ ਬਖਸ਼ਿਸ਼ ਕਰੋ। ਜੈ ਤੇ ਜਨਮ ਮਰਨ ਹੋਏ ਹਾਨਾ, ਜਿਹਦੇ ਨਾਲ ਸੰਸਾਰ ਦੇ ਵਿੱਚ ਜੰਮਣਾ ਤਥਾ ਮਰਨਾ, ਇਹ ਪੀੜਾ ਜਿਹੜੀ ਹੈ ਸਦੀਵੀ ਖਤਮ ਹੋ ਜਾਏ। ਸਾਧ ਸੰਗਤ ਜੀਓ, ਕਿਸੇ ਨੂੰ ਕੋਈ ਪੁੱਛ ਲਵੇ ਵੀ ਵੱਡਾ ਦੁੱਖ ਕੀ ਹੈ, ਹਰ ਇੱਕ ਦੇ ਵਾਸਤੇ ਦੁੱਖ ਦੀ ਪਰਿਭਾਸ਼ਾ ਵੀ ਵੱਖੋ ਵੱਖਰੀ ਹੁੰਦੀ ਹੈ। ਹਰ ਇੱਕ ਦੇ ਵਾਸਤੇ ਸੁਖ ਦੀ ਵੀ ਪਰਿਭਾਸ਼ਾ ਵੱਖੋ ਵੱਖਰੀ ਹੈ। ਜੇ ਕੋਈ ਕਿਸੇ ਨੂੰ ਪੁੱਛ ਲਵੇ ਵੀ ਦੁੱਖ ਕੀ ਹੈ, ਜਿਸ ਕਿਸੇ ਦੇ ਕੋਲ ਮੰਨ ਲਓ ਧਨ ਸੰਪਦਾ ਬਹੁਤ ਹੈ ਪਰ ਤਨ ਰੋਗੀ ਹੈ, ਉਹ ਕਹੇਗਾ ਵੀ ਕਾਇਆ ਰੋਗੀ ਹੈ, ਇਸ ਤੋਂ ਵੱਡਾ ਹੋਰ ਕੀ ਦੁੱਖ ਹੈ। ਜਿਹਦੇ ਕੋਲ ਔਲਾਦ ਨਹੀਂ, ਉਹ ਕਹੇਗਾ ਔਲਾਦ ਦਾ ਨਾ ਹੋਣਾ ਦੁਖੀ ਹੈ। ਜਿਹਦੇ ਕੋਲ ਔਲਾਦ ਹੈ ਪਰ ਔਲਾਦ ਕਹਿਣੇ ਵਿੱਚ ਨਹੀਂ, ਉਹ ਕਹੇਗਾ ਏਦੂ ਵੱਡਾ ਦੁੱਖ ਕੀ ਹੈ। ਔਲਾਦ ਦੇ ਹੁੰਦਿਆਂ ਸੁਣਦਿਆਂ ਉਹ ਕਹਿਣੇ ਵਿੱਚ ਨਹੀਂ। ਉਹ ਕਹਿਣ ਤੋਂ ਮੁਰਾਦ ਹਰ ਇੱਕ ਦੇ ਦੁੱਖ ਦੀ, ਹਰ ਇੱਕ ਦੇ ਸੁੱਖ ਦੀ ਪਰਿਭਾਸ਼ਾ ਵੱਖੋ ਵੱਖਰੀ ਹੈ। ਪਰ ਜਦੋਂ ਕਿਸੇ ਨੇ ਮਹਾਂਪੁਰਖਾਂ ਨੂੰ ਪੁੱਛਿਆ ਵੀ ਵੱਡਾ ਦੁੱਖ ਕਿਹੜਾ ਹੈ, ਉਹ ਤਾਂ ਵਾਰ-ਵਾਰ ਦੇ ਜੰਮਣ ਨੂੰ, ਵਾਰ-ਵਾਰ ਦੇ ਮਰਨ ਨੂੰ ਵੱਡਾ ਦੁੱਖ ਬਾਬਾ ਕਬੀਰ ਸਾਹਿਬ ਜੀ ਪਾਵਨ ਪਵਿੱਤਰ ਬਾਣੀ ਵਿੱਚ ਵਰਣਨ ਕਰਦੇ ਹਨ। ਤੇ ਜਦੋਂ ਫਿਰ ਅੰਦਰ ਇਹ ਆਸਾ ਜਾਗੀ, ਜਿਉਂਦਿਆਂ ਜੀ ਮੁਕਤੀ ਮਿਲੀ, ਫਿਰ ਉਹਨਾਂ ਨੇ ਗਾਇਨ ਕਰ ਦਿੱਤਾ, ਬੌਰ ਹਮ ਕਾਹੇ ਆਵਾਂਗੇ। ਭਾਈ ਹੁਣ ਵਾਰ-ਵਾਰ ਦਾ ਜੰਮਣਾ ਤੇ ਵਾਰ-ਵਾਰ ਦਾ ਮਰਨਾ ਮਾਲਕ ਜੀ ਨੇ ਖਤਮ ਕਰ ਦਿੱਤਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਿਤਾ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਮਕਸ਼ ਲੱਗੇ ਕਹਿਣ, ਕਹਿੰਦੇ ਉਹ ਗਿਆਨ ਬਖਸ਼ਿਸ਼ ਕਰੋ ਜਿਹਦੇ ਨਾਲ ਇਹ ਜੰਮਣ ਤਥਾ ਮਰਨ ਹਾਨ ਖਤਮ ਹੋ ਜਾਏ। ਉਪਜੈ ਅਬਚਲ ਆਨੰਦ ਮਾਨਾ, ਔਰ ਜਿਹੜਾ ਸਦੀਵੀ ਅਬਚਲ ਅਟਲ ਸਦੀਵੀ ਜਿਹੜਾ ਆਨੰਦ ਹੈ ਉਹ ਹਿਰਦੇ ਅੰਦਰ ਪੈਦਾ ਹੋ ਜਾਏ। ਮੈਂ ਹੋ ਕੌਣ ਮੋਏ ਸੁਧ ਨਾਈ, ਮੈਂ ਕੌਣ ਹਾਂ ਮੈਨੂੰ ਇਹ ਸੋਝੀ ਨਹੀਂ ਹੈ। ਰਹਿ ਹੋ ਹਰਕ ਸ਼ੋਕ ਕੇ ਮਾਈ, ਮੈਂ ਤਾਂ ਸਦੀਵੀ ਹੀ ਖੁਸ਼ੀ ਤਥਾ ਗਮੀ ਦੇ ਅੰਦਰ, ਇਹਦੇ ਅੰਦਰ ਹੀ ਪਲਚਦਾ ਰਿਹਾ ਹਾਂ। ਖੁਸ਼ੀ ਆਈ ਹਰਖ ਆਇਆ, ਉਹਦੇ ਅੰਦਰ ਖੁਸ਼ ਹੋ ਗਿਆ। ਸੋਗ ਆਇਆ, ਸੋਗ ਦੇ ਅੰਦਰ ਦੁਖੀ ਹੋ ਗਿਆ। ਮੈਂ ਤਾਂ ਇਸੇ ਦੇ ਅੰਦਰ ਹੀ ਜਿਵੇਂ ਮਾਇਆ ਨੇ ਪ੍ਰੇਰਿਤ ਕੀਤਾ, ਉਸੇ ਤਰ੍ਹਾਂ ਹੀ ਮੈਂ ਤਾਂ ਤੁਰਦਾ ਰਿਹਾ ਹਾਂ। ਪਰ ਮੈਂ ਕੌਣ ਹਾਂ, ਤੁਸੀਂ ਮੈਨੂੰ ਇਹ ਸੋਝੀ ਦੇਵੋ। ਇੱਕ ਛਿਨ ਮਨ ਤਿਤ ਹੋਵਤ ਨਾਈ, ਔਰ ਜਿਹੜਾ ਮਨੁਆ ਹੈ ਇੱਕ ਛਿਣ ਸਮੇਂ ਵਾਸਤੇ ਵੀ, ਖਿਣ ਸਮੇਂ ਵਾਸਤੇ ਵੀ ਇੱਕ ਥਾਂ ਤੇ ਨਹੀਂ ਟਿਕਦਾ। ਵਿਚਰੇ ਰਾਗ ਦ્વੈਖ ਕੇ ਮਾਈ, ਔਰ ਇਹ ਤਾਂ ਰਾਗ ਦ્વੈਖ ਈਰਖਾ ਬਖੀਲੀ ਇਹਨਾਂ ਦੇ ਅੰਦਰ ਹੀ ਰਾਗ ਦ્વੈਖ ਦੇ ਵਸ ਵਿੱਚ ਹੋ ਕੇ ਹੀ ਵਿਚਰਦਾ ਰਹਿੰਦਾ ਹੈ। ਇਸ ਪ੍ਰਕਾਰ ਲਖ ਪਿਤ ਜਗ ਆਸਾ, ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਿਤਾ ਜੀ ਦੀ ਜਗਿਆਸਾ ਨੂੰ ਸਮਝਿਆ ਕਿ ਵਾਸਤਵ ਵਿੱਚ ਉਹ ਪੁੱਛਣਾ ਚਾਹੁੰਦੇ ਹਨ। ਪਹਿਲਾਂ ਤਾਂ ਕਦੇ ਅਜਿਹਾ ਸਮਾਂ ਬਣਿਆ ਨਹੀਂ। ਪਿਤਾ ਜੀ ਸੰਸਾਰੀ ਹੀ ਬਾਤਾਂ ਕਰਦੇ ਰਹਿੰਦੇ। ਅੱਜ ਉਹਨਾਂ ਨੇ, ਪਿਤਾ ਜੀਆਂ ਨੇ, ਮਹਿਤਾ ਕਲਿਆਣ ਦਾਸ ਜੀਆਂ ਨੇ, ਸਤਿਕਾਰਯੋਗ ਮਹਿਤਾ ਕਾਲੂ ਜੀਆਂ ਨੇ ਮਹਾਰਾਜ ਜੀਆਂ ਤੋਂ ਇਹ ਜਗਿਆਸੂ ਵਤ ਹੋ ਕਰਕੇ ਮਹਾਰਾਜ ਜੀਆਂ ਦੇ ਕੋਲੋਂ ਪ੍ਰਸ਼ਨ ਪੁੱਛਦੇ ਹਨ। ਬੋਲੇ ਬਚਨ ਗਿਆਨ ਕੇ ਰਾਸਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਗੁਣਾਂ ਦੀ ਖਾਨ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕੀਤੇ। ਪਰਮੇਸ਼ਰ ਤੇ ਬੇਮੁਖ ਜੋਈ, ਪਿਤਾ ਜੀ ਪਹਿਲਾਂ ਮਨ ਦਾ ਸਵਰੂਪ ਤੁਸੀਂ ਸਮਝ ਲਓ। ਪਿਤਾ ਜੀ ਮਨ ਦਾ ਸਵਰੂਪ ਕੀ ਹੈ? ਪਰਮੇਸ਼ਰ ਤੇ ਬੇਮੁਖ ਜੋਈ। ਜਿਹੜਾ ਪਰਮੇਸ਼ਰ ਤੋਂ ਬੇਮੁਖ ਹੈ, ਉਹ ਜੋ ਪਰਮੇਸ਼ਰ ਤੋਂ ਦੂਰ ਰਹਿੰਦਾ ਹੈ, ਮਨ ਜੋ ਨਾਮ ਲਖੀ ਜੈ ਸੋਈ, ਉਹਨੂੰ ਤੁਸੀਂ ਮਨ ਜਾਣਨਾ ਕਰੋ।
ਜੋ ਸਰੂਪ ਸਨਮੁਖ ਹੋਏ ਲਾਗਾ। ਜਿਹੜਾ ਸਵਰੂਪ ਮਾਲਕ ਜੀਆਂ ਦੇ ਸਨਮੁਖ ਹੋ ਜਾਏ, ਪਇਓ ਅਮਨ ਸੋ ਲਖੋ ਸੁਭਾਗਾ। ਕਹਿੰਦੇ ਤੁਸੀਂ ਉਹਨੂੰ ਅਮਨ, ਪਹਿਲਾ ਜਿਹੜਾ ਬੇਮੁਖ ਹੋਇਆ ਉਹ ਕੀ ਹੈ? ਉਹ ਮਨ ਹੋ ਗਿਆ। ਜਿਹੜਾ ਸਨਮੁਖ ਹੋ ਗਿਆ ਮਹਾਰਾਜ ਕਹਿੰਦੇ ਭਾਈ ਉਹ ਮਨ ਅਮਨ ਹੋ ਗਿਆ। ਜਿਵੇਂ ਪਾਵਨ ਪਵਿੱਤਰ ਬਾਣੀ ਵਿੱਚ ਆਪਾਂ ਬਚਨ ਪੜ੍ਹਨੇ ਹਾਂ, ਸਾਹਿਬ ਜੀਆਂ ਦੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ। ਮਹਾਰਾਜ ਗੁਰਦੇਵ ਸੱਚੇ ਪਾਤਸ਼ਾਹ ਪਿਤਾ ਜੀਆਂ ਦੇ ਕੋਲ, ਮਹਿਤਾ ਕਾਲੂ ਜੀਆਂ ਦੇ ਕੋਲ ਬਚਨ ਕਰਨ ਲੱਗੇ ਕਿ ਜਿਹੜਾ ਤੇ ਬੇਮੁਖ ਹੈ ਉਹਨੂੰ ਤੁਸੀਂ ਮੰਨ ਜਾਣੋ, ਜਿਹੜਾ ਮਾਲਕ ਜੀਆਂ ਦੇ ਸਨਮੁਖ ਹੈ ਉਹਨੂੰ ਤੁਸੀਂ ਅਮਨ ਜਾਣੋ। ਜੋ ਰਵ ਬਿਮੁਖ ਬਰਫ ਹੋਏ ਜਾਵੇ। ਹੁਣ ਨਾਲ ਹੀ ਇੱਕ ਹੋਰ ਉਦਾਹਰਣ ਦੇ ਕਰਕੇ ਮਹਾਰਾਜ ਜੀ ਸਮਝਾ ਰਹੇ ਹਨ। ਕਹਿੰਦੇ ਜਿਸ ਪਾਸੇ ਸੂਰਜ ਦੀਆਂ ਕਿਰਨਾਂ ਨਾ ਪੈਣ ਤੇ ਉਹ ਪਾਣੀ ਬਰਫ਼ ਬਣ ਜਾਂਦਾ ਹੈ। ਜੇ ਸੂਰਜ ਦੀਆਂ ਜਿਸ ਥਾਂ ਤੇ ਕਿਰਨਾਂ ਨਹੀਂ, ਪਹਾੜਾਂ ਦੇ ਅੰਦਰ, ਉਸ ਥਾਂ ਉਹ ਪਾਣੀ ਬਰਫ਼ ਸਵਰੂਪ ਹੋ ਗਿਆ। ਸਨਮੁਖ ਤੇ ਸੋ ਜਲ ਪਦ ਪਾਵੇ। ਔਰ ਜੇ ਉਹ ਸੂਰਜ ਦੇ ਸਨਮੁਖ ਹੋ ਜਾਏ ਬਰਫ਼, ਜੇ ਉਹ ਬਰਫ਼ ਸੂਰਜ ਦੇ ਸਨਮੁਖ ਹੋ ਜਾਏ, ਕਿਰਨਾਂ ਦੇ ਸਾਹਮਣੇ ਆ ਜਾਏ, ਉਹ ਹੀ ਬਰਫ਼ ਫਿਰ ਪਿਘਲ ਕੇ ਜਲ ਦਾ ਸਵਰੂਪ ਹੋ ਜਾਂਦੀ ਹੈ। ਤਿਉ ਇਸ ਮਨ ਕੀ ਗਤ ਲਖ ਲੀਜੈ। ਬਸ ਇੰਨੀ ਕੁ ਤੁਸੀਂ ਮਨ ਦੀ ਇਹ ਹਾਲਤ ਜਾਣ ਲਵੋ। ਬੇਮੁਖ ਹੋ ਗਿਆ, ਕਿਰਨਾਂ ਤੋਂ ਦੂਰ ਹੋ ਗਿਆ, ਆਪਣੀ ਮਰਜ਼ੀ ਵਿੱਚ ਮਨ ਹੋ ਗਿਆ, ਸਨਮੁਖ ਹੋ ਜਾਏ, ਕਿਰਨਾਂ ਦੇ ਗੁਰੂ ਦੇ ਸਨਮੁਖ ਹੋ ਜਾਏ, ਉਹ ਅਮਨ ਹੋ ਜਾਏਗਾ। ਮਹਾਰਾਜ ਜੀ ਇਸ ਪ੍ਰਕਾਰ ਉਦਾਹਰਣ ਦਿੰਦੇ ਹਨ। ਪਰਮੇਸ਼ਰ ਦਿਸ਼ ਦ੍ਰਿਸ਼ਟ ਸੋ ਕਰੀਜੈ। ਤੇ ਜੇ ਇਹਦਾ ਪਾਸਾ, ਜੇ ਇਹਦਾ ਥੋੜਾ ਜਿਹਾ ਪਾਸਾ ਪਰਮੇਸ਼ਰ ਵੱਲੇ ਕਰ ਦਈਏ, ਹਰਖ ਸ਼ੋਕ ਪੁਨ ਰਾਗ ਜੋ ਦੁਵੈਖਾ। ਹਰਖ ਸੋਗ ਰਾਗ ਤਥਾ ਇਹ ਦਵੈਖ ਤਿਨ ਤੇ ਹੋਏ ਹੈ ਸਥਿਤ ਵਿਸ਼ੇਖਾ। ਔਰ ਇਹਨਾਂ ਵਿੱਚੋਂ ਜੇਕਰ ਮਨੁਆ ਭਾਵ ਲਾਂਭੇ ਹੋ ਜਾਏ, ਸਰਵ ਥਾਨ ਸਭ ਜੀਵਨ ਮਾਈ। ਸਾਰੀਆਂ ਥਾਵਾਂ ਤੇ ਹਰ ਇੱਕ ਥਾਂ ਤੇ ਉਹ ਪਰਿਪੂਰਨ ਪਰਮਾਤਮਾ, ਪਰਮੇਸ਼ਰ ਬਿਨ ਦੂਜੋ ਨਾਈ। ਉਸ ਪਰਿਪੂਰਨ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਸਰਾ ਨਹੀਂ। ਉਹ ਪਰਿਪੂਰਨ ਪਰਮਾਤਮਾ ਜੋ ਹੈ ਹਰ ਇੱਕ ਥਾਂ ਤੇ ਜਿਸ ਦਾ ਵਾਸਾ ਹੈ। ਧਰਨੀ ਸਰਬ ਵਿਖੇ ਜਲ ਜੈਸੇ। ਜਿਸ ਪ੍ਰਕਾਰ ਸਾਰੀ ਹੀ ਧਰਤੀ ਦੇ ਅੰਦਰ ਪਾਣੀ ਹੈ, ਸਾਰੀ ਧਰਤੀ ਪਾਣੀ ਇਸ ਧਰਤੀ ਦੇ ਅੰਦਰ ਵਿਆਪਕ ਹੈ। ਪਰਮਾਤਮ ਰਿਓ ਪੂਰ ਸੋ ਐਸੇ। ਇਸੇ ਤਰ੍ਹਾਂ ਹੀ ਪਰਿਪੂਰਨ ਪਰਮਾਤਮਾ ਵੀ ਸੰਸਾਰ ਦੇ ਅੰਦਰ ਇਸੇ ਤਰ੍ਹਾਂ ਹੀ ਵਿਆਪਕ ਹੈ। ਸਾਰੀ ਧਰਤੀ ਅੰਦਰ ਪਾਣੀ ਹੈ, ਪਰਮਾਤਮਾ ਵੀ ਸੰਸਾਰ ਦੇ ਅੰਦਰ ਇਸੇ ਤਰ੍ਹਾਂ ਹੀ ਵਿਆਪਕ ਹੈ। ਤੁਮ ਜੇ ਕਹੋ ਨੈ ਦੇਤ ਦਿਸਾਈ। ਤੇ ਜੇ ਪਿਤਾ ਜੀ ਤੁਸੀਂ ਕਹਿੰਦੇ ਹੋ ਵੀ ਦਿਖਾਈ ਨਹੀਂ ਦਿੰਦਾ ਉਹ ਪਰਿਪੂਰਨ ਪਰਮਾਤਮਾ, ਹੁਣ ਕੁਦਰਤੀ ਗੱਲ ਹੈ ਪਿਤਾ ਜੀ, ਜੇਕਰ ਤੁਸੀਂ ਕਹੋ ਕਿ ਉਹ ਪਰਿਪੂਰਨ ਪਰਮਾਤਮਾ ਦਿਖਾਈ ਨਹੀਂ ਦਿੰਦਾ, ਸੋ ਬਿਦਨੀ ਕੀ ਦਿਓ ਬਿਤਾਈ। ਕਹਿੰਦੇ ਉਹਦਾ ਫਿਰ ਮੈਂ ਤੁਹਾਨੂੰ ਨਾਲ ਹੀ ਹੋਰ ਸੁੰਦਰ ਉਦਾਹਰਨਾਂ ਦੇ ਨਾਲ ਕਾਰਨ ਦੱਸਦਾ ਹਾਂ ਵੀ ਦਿਖਾਈ ਕਿਉਂ ਨਹੀਂ ਦਿੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਸਾਧ ਸੰਗਤ ਜੀਓ ਆਪਣੇ ਪਿਤਾ ਜੀਆਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵਾਰਤਾਲਾਪ ਕਰਦੇ ਹਨ। ਉਸ ਪਰਿਪੂਰਨ ਪਰਮਾਤਮਾ ਨੇ, ਇਸ ਕਾਦਰ ਦੀ ਕੁਦਰਤ ਨੇ ਜਿਸ ਵਸਤੂ ਦੀ ਜਿਤਨੀ ਜ਼ਿਆਦਾ ਮਨੁੱਖ ਨੂੰ ਲੋੜ ਪਰਿਪੂਰਨ ਪਰਮਾਤਮਾ ਨੇ ਉਸੇ ਤਰ੍ਹਾਂ ਹੀ ਧਰਤੀ ਤੇ ਰੱਖੀ ਹੈ। ਪਾਣੀ ਦੀ ਮਨੁੱਖ ਨੂੰ ਅਤਿਅੰਤ ਲੋੜ ਹੈ, ਪਾਣੀ ਮਿਲ ਜਾਏਗਾ ਪੀਣ ਵਾਸਤੇ। ਪਾਣੀ ਤੋਂ ਅਤਿਅੰਤ ਜ਼ਿਆਦਾ ਜ਼ਰੂਰਤ ਹੈ ਹਵਾ ਦੀ, ਮਾਲਕ ਜੀਆਂ ਨੇ ਹਵਾ ਰੱਖ ਦਿੱਤੀ। ਸਾਰੀਆਂ ਥਾਵਾਂ ਤੇ ਉਹ ਰਮਿਆ ਹੋਇਆ ਪਰਿਪੂਰਨ ਪਰਮਾਤਮਾ ਇਸੇ ਤਰ੍ਹਾਂ ਮਨੁੱਖ ਦੇ ਅਤਿਅੰਤ ਨਜ਼ਦੀਕ ਹੈ, ਜਿਹਦੀ ਹੋਰ ਵੀ ਮਨੁੱਖ ਨੂੰ ਜ਼ਿਆਦਾ ਜ਼ਰੂਰਤ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਉਦਾਹਰਨਾਂ ਦਿੰਦਿਆਂ ਹੋਇਆਂ
ਸਤਿਗੁਰੂ ਮਹਾਰਾਜ ਜੀ ਆਪਣੇ ਪਿਤਾ ਜੀ ਦੇ ਨਾਲ ਮਹਿਤਾ ਕਾਲੂ ਜੀਆਂ ਦੇ ਨਾਲ ਵਾਰਤਾਲਾਪ ਕਰ ਰਹੇ ਹਨ। ਗਿਆਨੀ ਕੋ ਜੋ ਹਿਰਦਾ ਬਿਮਲ ਹੈ, ਜਿਹੜਾ ਹਿਰਦਾ ਗਿਆਨਵਾਨ ਦਾ ਜਿਹੜਾ ਹਿਰਦਾ ਮੈਲ ਤੋਂ ਰਹਿਤ ਨਿਰਮਲ ਹਿਰਦਾ ਹੈ, ਤਹਾਂ ਪ੍ਰਗਟ ਜੋ ਸਰੋਤ ਸੋ ਜਲ ਹੈ। ਕਹਿੰਦੇ ਉਹ ਹਿਰਦਾ ਜਿਵੇਂ ਝਰਨਾ ਹੋਵੇ ਪਾਣੀ ਵਾਲਾ ਝਰਨਾ, ਝਰਨੇ ਵਿੱਚੋਂ ਜਲ ਫੁੱਟਦਾ ਹੋਵੇ, ਉਹ ਹਿਰਦਾ ਗਿਆਨੀ ਦਾ ਹਿਰਦਾ ਜਿਹੜਾ ਮੈਲ ਰਹਿਤ ਇਸ ਪ੍ਰਕਾਰ ਹੈ। ਜਗਿਆਸੀ ਕੋ ਔਰ ਹੈ ਜੋਈ, ਔਰ ਪਹਿਲਾ ਮਹਾਰਾਜ ਜੀਆਂ ਨੇ ਕਿਹਾ ਗਿਆਨੀ, ਦੂਸਰਾ ਜਿਸ ਹਿਰਦੇ ਦੇ ਅੰਦਰ ਅਜੇ ਜਗਿਆਸੂ ਹੈ, ਜਗਿਆਸੂ ਦਾ ਜਿਹੜਾ ਹਿਰਦਾ ਹੈ, ਕੂਪ ਸਮਾਨ ਜਾਣੀਏ ਸੋਈ, ਉਹ ਹਿਰਦਾ ਖੂਹ ਦੇ ਸਮਾਨ ਉਸ ਹਿਰਦੇ ਨੂੰ ਜਾਣੋ। ਯਤਨ ਕਰੇ ਜਲ ਕਰ ਮੈਂ ਆਵੇ, ਉਹ ਤਾਂ ਖੂਹ ਦੇ ਵਿੱਚੋਂ ਯਤਨ ਕਰਨ ਦੇ ਨਾਲ ਹੱਥ ਦੇ ਵਿੱਚ ਪਾਣੀ ਆਉਂਦਾ ਹੈ, ਤਿਉ ਪ੍ਰਯਾਸ ਤੇ ਈਸ਼ਵਰ ਪਾਵੇ। ਇਸੇ ਤਰ੍ਹਾਂ ਹੀ ਜਗਿਆਸੂ ਨੂੰ ਪ੍ਰਯਾਸ ਕਰਕੇ, ਕਿਉਂਕਿ ਜਿਹੜਾ ਉਹ ਹਿਰਦਾ ਹੈ ਉਹ ਖੂਹ ਸਮਾਨ ਹੈ, ਇਸ ਤਰ੍ਹਾਂ ਮਿਹਨਤ ਕਰਕੇ ਉਹਨੂੰ ਉਹ ਪਾਣੀ ਮਿਲ ਜਾਂਦਾ ਹੈ। ਅਗਿਆਨੀ ਕੋ ਉਰ ਹੈ ਜੋ, ਔਰ ਇਹਨਾਂ ਵਿੱਚੋਂ ਤੀਸਰਾ ਪਹਿਲਾ ਗਿਆਨੀ ਕਿਹਾ, ਦੂਸਰਾ ਜਗਿਆਸੂ ਕਿਹਾ, ਤੀਸਰਾ ਅਗਿਆਨੀ ਕਿਹਾ ਹੈ। ਕਹਿੰਦੇ ਜਿਹੜਾ ਅਗਿਆਨੀ ਦਾ ਹਿਰਦਾ ਹੈ, ਪੜਦੇ ਕੋ ਜਲ ਜਾਣੋ ਸੋ, ਉਹ ਹਿਰਦਾ ਤੁਸੀਂ ਜਾਣੋ ਵੀ ਜਿਸ ਥਾਂ ਤੇ ਜਿਵੇਂ ਕੋਈ ਪਰਦੇ ਦੇ ਵਿੱਚ ਪਾਣੀ ਹੋਵੇ, ਨਾ ਉੱਥੇ ਝਰਨਾ ਹੋਵੇ ਨਾ ਉੱਥੇ ਖੂਹ ਹੋਵੇ, ਉਹ ਪਾਣੀ ਪਰਦੇ ਦੇ ਵਿੱਚ ਧਰਤੀ ਦੇ ਵਿੱਚ ਹੋਵੇ, ਤੈਂ ਤਤਕਾਲ ਹਾਥ ਨੇ ਆਈ। ਹੁਣ ਦੱਸੋ ਬਈ ਕੀ ਉਸ ਥਾਂ ਤੋਂ ਕੋਈ ਪਾਣੀ ਇੱਕੋ ਦਮ ਪ੍ਰਾਪਤ ਕਰ ਸਕਦਾ ਹੈ? ਨਹੀਂ ਨਾ, ਉਸ ਥਾਂ ਤੋਂ ਕੋਈ ਵੀ ਛੇਤੀ ਤਤਕਾਲ ਪਾਣੀ ਪ੍ਰਾਪਤ ਨਹੀਂ ਕਰ ਸਕਦਾ। ਕਿਉਂ? ਨਾ ਉੱਥੇ ਝਰਨਾ ਹੈ ਨਾ ਉੱਥੇ ਖੂਹ ਹੈ। ਅਗਿਆਨੀ ਦਾ ਹਿਰਦਾ ਇਸ ਤਰ੍ਹਾਂ ਹੈ, ਪਰ ਨਾਲ ਇਹ ਵੀ ਕਹਿ ਦਿੱਤਾ ਅਗਿਆਨੀ ਦੇ ਹਿਰਦੇ ਦੇ ਅੰਦਰ ਵਾਸਾ ਹੈ ਉਸ ਪਰਮੇਸ਼ਰ ਦਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਨੇ ਨਹੀਂ ਕਿਹਾ ਵੀ ਅਗਿਆਨੀ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਵਾਸਾ ਨਹੀਂ ਹੈ। ਮਹਾਰਾਜ ਜੀਆਂ ਦੀ ਜਦੋਂ ਆਪਾਂ ਪਾਵਨ ਪਵਿੱਤਰ ਬਾਣੀ ਪੜ੍ਹਨੇ ਹਾਂ, ਮਹਾਰਾਜ ਜੀ ਲੱਗੇ ਕਹਿਣ ਕਿ ਹੇ ਬੰਦਿਆ, ਪਰਮੇਸ਼ਰ ਦੇ ਭਜਨ ਤੋਂ ਬਿਨਾ ਜਿਹੜੇ ਤੇਰੇ ਅੰਦਰ ਚੰਗਾ ਗੁਣ ਹੈ, ਪਰਮੇਸ਼ਰ ਦੇ ਭਜਨ ਤੋਂ ਬਿਨਾ ਦਿਨੋਂ ਦਿਨ ਉਹ ਵੀ ਘਟਦਾ ਜਾਂਦਾ ਹੈ। ਭਾਵੇਂ ਕੋਈ ਗਿਆਨੀ ਹੋਵੇ ਭਾਵੇਂ ਕੋਈ ਅਗਿਆਨੀ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਲੱਗੇ ਕਹਿਣ ਭਾਈ ਪਰਿਪੂਰਨ ਪਰਮਾਤਮਾ ਦਾ ਵਾਸਾ ਤਾਂ ਦੋਵਾਂ ਥਾਵਾਂ ਤੇ ਹੈ ਨਾ। ਹਾਂ, ਇਹਦੇ ਵਿੱਚ ਜਿਹੜੀ ਆਪਾਂ ਅਕਸਰ ਉਦਾਹਰਣ ਦਿੰਨੇ ਹਾਂ, ਇਹਨੂੰ ਹੋਰ ਥੋੜਾ ਸਮਝਣ ਵਾਸਤੇ, ਕੋਈ ਇੱਕ ਸਾਹਮਣਿਓਂ ਮਹਾਂਪੁਰਖ ਆਉਂਦਾ ਹੋਵੇ, ਆਉਂਦੇ ਮਹਾਂਪੁਰਖ ਨੂੰ ਵੇਖ ਕੇ ਆਪਣੇ ਆਪ ਹੱਥ ਜੁੜ ਜਾਂਦੇ ਹਨ। ਕੋਈ ਸਾਹਮਣਿਓਂ ਹੀ ਕੋਈ ਸ਼ਰਾਬੀ ਕਬਾਬੀ ਤੁਰਿਆ ਆਉਂਦਾ ਹੋਵੇ, ਕਿ ਉੱਥੇ ਹੱਥ ਕਿਉਂ ਨਹੀਂ ਜੁੜਦੇ? ਤੇ ਜੇ ਕੋਈ ਕਹਿ ਦਵੇ ਵੀ ਪਹਿਲੇ ਵਿੱਚ ਤੇ ਦੂਸਰੇ ਵਿੱਚ ਗਿਆਨੀ ਜੀ ਫਰਕ ਕੀ ਹੈ? ਉੱਥੇ ਰੱਬ ਦਾ ਵਾਸਾ, ਉਹਦੇ ਵਿੱਚ ਰੱਬ ਦਾ ਵਾਸਾ ਨਹੀਂ। ਜੇ ਪਹਿਲੇ ਵਿੱਚ ਰੱਬ ਦਾ ਵਾਸਾ ਸੀ ਤੇ ਦੂਸਰੇ ਵਿੱਚ ਕਿਉਂ ਨਹੀਂ? ਉਹ ਉਦਾਹਰਣ ਦਿੱਤੀ। ਅੱਜ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਦਾਹਰਣ ਪਰ ਦੇ ਕੇ ਸਮਝਾਉਂਦੇ ਹਨ, ਪਹਿਲੇ ਨੇ ਪ੍ਰਗਟ ਕਰ ਲਿਆ ਹੈ, ਦੂਸਰੇ ਨੇ ਜੇ ਪ੍ਰਗਟ ਨਹੀਂ ਕੀਤਾ। ਜਿਸ ਥਾਂ ਤੋਂ ਜਲ ਪ੍ਰਗਟ ਹੋ ਗਿਆ, ਲੋਕ ਉਸ ਥਾਂ ਤੇ ਬੁੱਕ ਕਰਕੇ ਪਾਣੀ ਨਿਵ ਕੇ ਪਾਣੀ ਛਕਦੇ ਹਨ, ਜਲ ਛਕਦੇ ਹਨ। ਜਿਸ ਥਾਂ ਤੇ ਪਾਣੀ ਪ੍ਰਗਟ ਨਹੀਂ ਹੋਇਆ, ਉਸ ਥਾਂ ਤੇ ਲੋਕ ਨਹੀਂ ਨਿਵਦੇ। ਜਿਸ ਥਾਂ ਤੋਂ ਧਰਤੀ ਦੇ ਵਿੱਚੋਂ ਨਲਕੇ ਦੇ ਰਾਹੀਂ, ਟਿਊਬਵੈਲ ਦੇ ਰਾਹੀਂ ਪਾਣੀ ਪ੍ਰਗਟ ਹੋ ਗਿਆ, ਉੱਥੇ ਲੋਕ ਨਿਵਦੇ ਹਨ। ਜਿੱਥੇ ਪਾਣੀ ਨਹੀਂ ਪ੍ਰਗਟ ਹੋਇਆ, ਉੱਥੇ ਨਹੀਂ ਨਿਵਦੇ, ਹਾਲਾਂਕਿ ਪਾਣੀ ਤਾਂ ਉਸ ਥਾਂ ਤੇ ਵੀ ਹੈ। ਉਹ ਉਦਾਹਰਣ ਦਿੱਤੀ ਹੈ, ਪਰ ਛਿਤ ਮੈਂ ਜਲ ਹੈ ਸਭ ਥਾਈ, ਪਰ ਨਾਲ ਸਾਰੀ ਧਰਤੀ ਵਿੱਚ ਜਲ ਹੈ, ਤਿਉ ਪਰਮੇਸ਼ਰ ਹੈ ਸਭ ਮਾਈ। ਸਾਧ ਸੰਗਤ ਜੀਓ, ਇਸੇ ਤਰ੍ਹਾਂ ਉਹ ਪਰਮੇਸ਼ਰ ਸਾਰਿਆਂ ਵਿੱਚ ਬਣਿਆ ਹੈ। ਪ੍ਰਗਟ
ਪ੍ਰਗਟਨ ਦੁਰਨ ਕਹੀਂ ਬਿਦ ਆਹੀ। ਪ੍ਰਗਟ ਤਥਾ ਛਪਣ ਦੀ ਇਹ ਮੈਂ ਬਿਦ ਕਹੀ ਹੈ। ਇਹ ਜੋ ਜਗਤ ਬਨਾਓ ਬਨਿਓ ਹੈ। ਇਹ ਜਿਹੜਾ ਸਾਰਾ ਜਗਤ ਦਾ ਪਸਾਰਾ ਬਣਿਆ ਹੈ, ਪਰਮਾਤਮ ਬਿਨ ਕੌਣ ਗੁਨਿਓ ਹੈ। ਪਰਿਪੂਰਨ ਪਰਮਾਤਮਾ ਤੋਂ ਬਿਨਾ ਹੋਰ ਦੂਸਰਾ ਕਿਹੜਾ ਹੈ। ਜੋ ਨਿਜ ਰੂਪ ਬੀਜ ਵੱਡ ਧਾਰਤ। ਜਿਵੇਂ ਇੱਕ ਨਿੱਕਾ ਜਿਹਾ ਬੀਜ ਧਰਤੀ ਵਿੱਚ ਬੀਜਿਆ ਇੱਕ ਦਿਨ ਵੱਡਾ ਰੁੱਖ ਦਾ ਰੂਪ ਧਾਰਨ ਕਰ ਲੈਂਦਾ ਹੈ। ਹੋਏ ਕਰ ਬਿਟਪ ਭਲੇ ਵਿਸਤਾਰਤ। ਔਰ ਵੱਡਾ ਵਿਰਕਸ਼ ਹੋ ਕੇ ਉਹਨੇ ਵੱਡਾ ਆਕਾਰ ਬਣਾ ਲਿਆ। ਤੈਂ ਬੀਰਜ ਕੋ ਖੋਜੇ ਕੋ। ਹੁਣ ਜੇ ਕੋਈ ਸੱਜਣ ਉਸ ਬੀਜ ਨੂੰ ਖੋਜਣ ਲੱਗ ਪਵੇ, ਕਾਟ ਪਤਰ ਪੁਸ਼ਪਾਦਿਕ ਜੋ। ਕੋਈ ਉਹਦੀਆਂ ਲੱਕੜਾਂ ਖੋਜਣ ਲੱਗ ਪਵੇ ਉਸ ਬੀਜ ਨੂੰ ਲੱਭਣ ਵਾਸਤੇ, ਕੋਈ ਉਹਦੇ ਪੱਤਰ ਫਰੋਲਣ ਲੱਗ ਪਵੇ, ਕੋਈ ਉਹਦੇ ਫੁੱਲਾਂ ਨੂੰ ਫਰੋਲਣ ਲੱਗ ਪਵੇ, ਤੈਂ ਤੇ ਹੱਥ ਨ ਆਵੇ ਕਬਈ। ਦੱਸੋ ਭਾਈ ਉਹਦੇ ਹੱਥ ਵਿੱਚ ਕੁਝ ਆ ਜਾਏਗਾ? ਉਹਦੇ ਹੱਥ ਵਿੱਚ ਇਸ ਪ੍ਰਕਾਰ ਕੁਝ ਵੀ ਨਹੀਂ ਆਏਗਾ। ਖੋਜਤ ਰਹੇ ਆਰ ਬਲ ਸਭਈ। ਭਾਵੇਂ ਉਹ ਸਾਰੀ ਉਮਰ ਲੱਕੜ ਨੂੰ ਫਰੋਲਣ ਲੱਗਾ ਰਹੇ, ਪਰ ਉਹ ਬੀਜ ਜਿਹਦੇ ਵਿੱਚੋਂ ਰੁੱਖ ਫਲਿਆ ਹੈ ਉਹ ਨਹੀਂ ਹੱਥ ਆਉਂਦਾ। ਜੋ ਫਲ ਕੋ ਖੋਜੇ ਫਲ ਪਾਤੀ। ਤੇ ਜੇ ਕੋਈ ਸਿਆਣਾ, ਜੇ ਕੋਈ ਦਾਨਾ ਉਹਦੇ ਫਲ ਨੂੰ ਫਰੋਲੇ, ਉਹਦੇ ਫਲ ਨੂੰ ਬੜੇ ਧਿਆਨ ਦੇ ਨਾਲ ਵੇਖੇ, ਪਾਏ ਬੀਜ ਹੋਵੇ ਸੀਤਲ ਛਾਤੀ। ਤੇ ਉਸ ਫਲ ਦੇ ਵਿੱਚੋਂ ਫਿਰ ਉਸ ਬੀਜ ਨੂੰ, ਜਿਸ ਦੇ ਵਿੱਚੋਂ ਰੁੱਖ ਦਾ ਪਸਾਰਾ ਹੋਇਆ ਸੀ, ਉਹਦੇ ਵਿੱਚੋਂ ਫਿਰ ਉਸ ਬੀਜ ਨੂੰ ਲੱਭ ਲੈਂਦਾ ਹੈ। ਤਿਉ ਪਰਮੇਸ਼ਰ ਖੋਜਨ ਵਾਰੇ। ਔਰ ਇਸੇ ਪ੍ਰਕਾਰ ਦੇ ਨਾਲ ਇਸ ਪਰਿਪੂਰਨ ਪਰਮਾਤਮਾ ਨੂੰ ਖੋਜਨਹਾਰੇ। ਕਾਠ ਤਾਮਸੀ ਜਿਉ ਨਿਹਾਰੇ। ਉਹਨਾਂ ਲੋਕਾਂ ਨੂੰ, ਤਮੋ ਗੁਣੀ ਸੁਭਾਅ ਵਾਲੇ ਲੋਕਾਂ ਨੂੰ ਲੱਕੜ ਦੇ ਵੱਤ ਤੁਸੀਂ ਜਾਣਨਾ ਕਰੋ। ਬਚਨ ਕਠੋਰ ਕਹਿਨ ਹੈ ਜੋ। ਜਿਹੜੇ ਲੋਕ ਆਪਣੇ ਜੀਵਨ ਦੇ ਅੰਦਰ ਕੌੜਾ ਬੋਲ ਹੀ, ਕਠੋਰ ਬੋਲ ਹੀ ਬੋਲਦੇ ਹਨ, ਲੱਖ ਕਠੋਰ ਪਨ ਤਾਂ ਮੈਂ ਸੋ। ਉਹਨਾਂ ਵਿੱਚੋਂ, ਤਮੋ ਗੁਣੀ ਦੇ ਵਿੱਚੋਂ ਇਹੋ ਹੀ ਕਠੋਰਤਾਪਣ ਹੈ। ਤੈਂ ਤੇ ਈਸ਼ਵਰ ਹੱਥ ਨ ਆਵੇ। ਭਾਈ ਉਹਨਾਂ ਦੇ ਹੱਥੋਂ ਪਰਿਪੂਰਨ ਪਰਮਾਤਮਾ ਨਹੀਂ ਆਉਂਦਾ। ਜਿਉ ਸਿਕਤਾ ਤੇ ਤੇਲ ਨ ਪਾਵੇ। ਜਿਵੇਂ ਕੋਈ ਰੇਤ ਦੇ ਵਿੱਚੋਂ ਤੇਲ ਪ੍ਰਾਪਤ ਕਰੇ, ਉਹਦੇ ਹੱਥ ਕੁਛ ਨਹੀਂ, ਇਸੇ ਤਰ੍ਹਾਂ ਉਹਨਾਂ ਹੱਥ ਵੀ ਤਮੋ ਗੁਣੀ ਸੁਭਾਅ ਵਾਲਿਆਂ ਦੇ ਹੱਥ ਵਿੱਚ ਵੀ ਕੁਛ ਨਹੀਂ ਆਉਂਦਾ। ਅਹੇ ਰਾਜਸੀ ਪੱਤਰ ਸਮਾਨਾ। ਹੁਣ ਦੂਸਰੀ ਗੱਲ ਕੀਤੀ ਰਜੋ ਗੁਣ ਸੁਭਾਅ ਵਾਲਿਆਂ ਦੀ। ਉਹ ਜਿਵੇਂ ਪੱਤਰ ਸਮਾਨ ਹਨ, ਪੱਤਿਆਂ ਵੱਤ ਹਨ। ਛਾਇਆ ਦੇ ਸੁਖ ਬਿਖੇ ਮਾਨਾ। ਛਾਂ ਦਾ ਗੁਣ ਤਾਂ ਹੈ ਉਹਨਾਂ ਵਿੱਚ ਵੀ, ਥੋੜਾ ਸੁਭਾਅ ਤਾਂ ਐਸਾ ਹੈ। ਦਿਨ ਤੇ ਹਰੀ ਪਾਏ ਨੇ ਕੈਸੇ। ਪਰ ਉਹਨਾਂ ਕੋਲੋਂ ਵੀ ਸਾਧ ਸੰਗਤ ਜੀਓ ਹਰੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਨਹੀਂ। ਅੰਧੇ ਕੋ ਮਗ ਮੋਤੀ ਜੈਸੇ। ਜਿਵੇਂ ਕੋਈ ਅੰਨੇ ਮਨੁੱਖ ਦੇ ਰਸਤੇ ਦੇ ਅੰਦਰ ਕੋਈ ਮੋਤੀ ਹੀਰੇ ਖਿਲਰੇ ਹੋਵਣ। ਪੁਸ਼ਪ ਸਮਾਨ ਸ਼ਾਂਤ ਕੀ ਜੋਈ। ਔਰ ਇਹਨਾਂ ਵਿੱਚੋਂ ਸਾਧ ਸੰਗਤ ਜੀਓ ਜਿਹੜੇ ਫੁੱਲਾਂ ਵੱਤ, ਜਿਹੜੇ ਜਿਨ੍ਹਾਂ ਨੇ ਫੁੱਲਾਂ ਨੂੰ ਖੋਜਿਆ, ਸਤੋ ਗੁਣੀ ਸੁਭਾਅ ਵਾਲੇ, ਮਦਰ ਬਚਨ ਗੰਧ ਧਾਰੇ ਤੇ। ਉਹਨਾਂ ਦੇ ਕੋਲ ਭਾਵ ਮਿੱਠਾ ਜਿਨ੍ਹਾਂ ਦਾ ਬੋਲਣ ਦਾ ਸੁਭਾਅ ਹੈ, ਉਹਨਾਂ ਬਾਬਤ ਬਚਨ ਕੀਤਾ। ਤਿਨ ਤੇ ਕੁਛ ਕੋ ਹੋਤ ਸੁਧਕਾਰਾ। ਉਹਨਾਂ ਕੋਲੋਂ ਕੁਛ ਇੱਕ ਕਾਰਜ ਤਾਂ ਸਵਰ ਜਾਂਦਾ ਹੈ। ਨੈ ਪਾਇਤੇ ਪ੍ਰਭੂ ਅਪਾਰਾ। ਪਰ ਉਹਨਾਂ ਕੋਲੋਂ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਨਹੀਂ। ਗਿਆਨੀ ਹੈ ਫਲ ਕੇਰ ਸਮਾਨਾ। ਹੁਣ ਇਹਨਾਂ ਵਿੱਚੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਿਤਾ ਜੀ ਦੇ ਨਾਲ ਗੱਲ ਕਰਦਿਆਂ ਲੱਕੜ, ਪੱਤੇ, ਫੁੱਲ ਤਿੰਨਾਂ ਦੇ ਸੁਭਾਵ ਦੇ ਬਾਬਤ ਮਹਾਰਾਜ ਜੀਆਂ ਨੇ ਰਜੋ ਗੁਣ, ਤਮੋ ਗੁਣ, ਸਤੋ ਗੁਣ ਦਾ ਗੱਲ ਕਰਦਿਆਂ ਮਹਾਰਾਜ ਕਹਿੰਦੇ ਭਾਈ ਇਹਨਾਂ ਵਿੱਚ ਵਿਚਰਦਿਆਂ ਹੋਇਆਂ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਮਹਾਰਾਜ ਜੀ ਫਿਰ ਪ੍ਰਾਪਤੀ ਦਾ ਵਸੀਲਾ ਕੀ ਹੈ ਜੇ ਇਹਨਾਂ ਵਿੱਚ ਨਹੀਂ ਹੈ? ਉਹ ਪਰਿਪੂਰਨ ਪਰਮਾਤਮਾ ਇਸ ਤਿੰਨਾਂ ਸੁਭਾਅ ਤੋਂ ਪਰੇ ਹੈ। ਤੇ ਮਹਾਰਾਜ ਜੀਆਂ ਨੇ ਉਦਾਹਰਣ ਦਿੱਤੀ, ਗਿਆਨੀ ਹੈ ਫਲ ਕੇਰ ਸਮਾਨਾ। ਕਹਿੰਦੇ ਜਿਹੜਾ ਗਿਆਨਵਾਨ ਹੈ
ਉਹ ਫਲ ਦੇ ਸਮਾਨ ਹੈ। ਬੀਜ ਰੂਪ ਤੈ ਪ੍ਰਭੂ ਮਿਲਾਨਾ, ਉਹ ਪਰਿਪੂਰਨ ਪਰਮਾਤਮਾ ਜੀਆਂ ਦੇ ਨਾਲ, ਉਹਦੇ ਨਾਲ ਉਹ ਜੁੜ ਜਾਂਦਾ ਹੈ। ਅਪਰ ਸਥਾਨ ਸੁਪਾਵਤ ਨਾਈ, ਹੋਰ ਸਥਾਨ ਤੇ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਨਹੀਂ, ਜਾਂ ਬੀਜ ਦੀ ਪ੍ਰਾਪਤੀ ਨਹੀਂ। ਬਸੇ ਸਦਾ ਸਤ ਸੰਗਤ ਮਾਈ। ਮਹਾਰਾਜ ਕਹਿੰਦੇ ਭਾਈ ਫਿਰ ਉਹ ਸਤ ਸੰਗਤ ਦੇ ਅੰਦਰ ਹੀ ਪਰਿਪੂਰਨ ਪਰਮਾਤਮਾ ਦਾ ਵਾਸਾ ਹੈ। ਪਰਿਪੂਰਨ ਪਰਮਾਤਮਾ ਨੂੰ ਮਿਲਣਾ ਹੈ ਸਤ ਸੰਗਤ ਦੇ ਅੰਦਰ ਹੀ। ਐਸੇ ਪਰਿਪੂਰਨ ਪਰਮਾਤਮਾ ਦਾ ਵਾਸਾ ਹੈ। ਜਿਵੇਂ ਕੋਈ ਬੀਜ ਨੂੰ ਲੱਭਣਾ ਕਰੇ, ਪੱਤੇ ਲੱਭੀ ਜਾਏ ਕੁਛ ਨਹੀਂ ਹੱਥ ਆਉਂਦਾ, ਲੱਕੜ ਨੂੰ ਖੋਜੀ ਜਾਏ ਕੁਛ ਨਹੀਂ ਹੱਥ ਆਉਂਦਾ, ਫੁੱਲਾਂ ਨੂੰ ਲੱਭੀ ਜਾਏ ਕੁਛ ਨਹੀਂ ਹੱਥ ਆਉਂਦਾ। ਹੱਥ ਆਉਂਦਾ ਹੈ ਕਿੱਥੋਂ? ਕੋਈ ਉਹਦੇ ਫਲ ਨੂੰ ਉਹਦੇ ਵਿੱਚੋਂ ਖੋਜਣਾ ਕਰੇ। ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀਓ ਇਹ ਉਦਾਹਰਨਾਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਦਿੱਤੀਆਂ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨ। ਸਤਿਗੁਰੂ ਮਹਾਰਾਜ ਜੀਓ ਨੇ ਇਹ ਪਾਵਨ ਪਵਿੱਤਰ ਕੱਲਾ ਸਿਧਾਂਤ ਆਪਣੇ ਪਿਤਾ ਜੀ ਲਈ ਨਹੀਂ, ਸਰੋਤਾ ਜਨ ਜਿਤਨੇ ਵੀ ਆਪਾ ਹਾਂ ਕੋਈ ਵੀ ਹੋਵੇ ਸੁਣਨ ਵਾਲਾ ਕਥਨ ਕਰਨ ਵਾਲਾ, ਪਾਤਸ਼ਾਹ ਜੀ ਦਾ ਇਹ ਸਿਧਾਂਤ ਆਪਣੇ ਸਾਰਿਆਂ ਵਾਸਤੇ ਹੈ। ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮਾ, ਨਾਸੀ ਅਗਨਾ, ਹੇ ਪੂਰਨ ਹੇ ਸਰਬ ਮੈਂ, ਪੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਵਟੀ, ਹੇ ਗੋਬਿੰਦ ਹੇ ਗੁਣ ਨਿਧਾਨ, ਸਦਾ ਬਬੀ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤੈ ਕੈ ਸਦਾ ਸੰਗ, ਧਾਰਾ ਆਧਾਰ, ਹੇ ਠਾਕੁਰ ਹਉ ਦਾਸੁਰੂ, ਹੈ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀਜੈ ਨਾਮ ਦਾਨ, ਆਖੋ ਹੀ ਹੈ ਪਰੋ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਓਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਕੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ, ਪਾਰੇ ਉਤਾਰ ਨਿਹਾਲ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰੇ ਉਤਾਰ ਨਿਹਾਲ। ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।